ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋਂ ਤਰਾ ਪਰ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹੋ। ਸਭ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪਾਂ ਸਾਰੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਭੰਨ ਮਥੁਰਾ ਕਛ ਭੇਦ ਨਹੀਂ ਗੁਰੇ ਅਰਜਨ ਪਰ ਤਖ ਹਰ ਸਤਿਗੁਰੂ ਜੀ ਦੀ ਪਵਿੱਤਰ ਕਥਾ ਸਰਵਣ ਕਰ ਰਹੇ ਹਾਂ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਚੰਦੂ ਦੁਆਰਾ ਭੇਜੇ ਹੋਏ ਬ੍ਰਾਹਮਣ ਤੇ ਨਾਈ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਏ ਹੈ। ਗੁਰੂ ਘਰ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਗਈਆਂ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਿਆਰ ਕੀਤਾ ਗਿਆ। ਚੰਦਨ ਦੀ ਚੌਂਕੀ ਸਤਿਗੁਰੂ ਜੀ ਦੇ ਲਾਗੇ ਡਾਈ ਗਈ ਹੈ। ਬਹੁਤ ਵੱਡੀ ਇਕੱਤਰਤਾ ਗੁਰੂ ਕੀਆਂ ਸੰਗਤਾਂ ਦੀ ਹੈ। ਭਾਈ ਸ਼ਾਲੋ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਕਲਿਆਣਾ ਜੀ, ਭਾਈ ਉਮਰਾ ਸ਼ਾਹ ਜੀ, ਬੜੇ ਬੜੇ ਬ੍ਰਹਮ ਗਿਆਨੀ ਸਿੱਖ ਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਬੈਠੇ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਕੇ ਵੱਡੇ ਭਰਾ ਬਾਬਾ ਜੀ ਬਾਬਾ ਮਹਾਦੇਵ ਜੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਦਿਆ। ਬਹੁਤ ਲੱਡੂ ਜਿਹੜੇ ਹੈ ਉਹ ਗੁਰੂ ਘਰ ਦੇ ਵਿੱਚ ਪਹੁੰਚ ਰਹੇ ਹੈ। ਮਿਠਿਆਈਆਂ ਪਹੁੰਚ ਰਹੀਆਂ ਨੇ, ਤੂਤੀਆਂ ਨਫੀਰੀਆਂ ਨਗਾਰੇ ਵੱਜ ਰਹੇ ਹਨ। ਖੁਸ਼ੀਆਂ ਦਾ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ ਹੈ। ਬ੍ਰਾਹਮਣ ਆਇਆ ਹੈ, ਉਹਨੇ ਸ਼ਗਨ ਦਾ ਥਾਲ ਰੱਖਿਆ, ਸ਼ਗਨ ਲਾਉਣ ਹੀ ਲੱਗੇ ਹੈ ਅਤੇ ਐਟ ਏ ਟਾਈਮ ਬਿਲਕੁਲ ਉਸੇ ਸਮੇਂ ਦਿੱਲੀ ਤੋਂ ਗੁਰੂ ਕਾ ਸਿੱਖ ਪਹੁੰਚਿਆ ਹੈ ਜੀ। ਉਹਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਮਹਾਰਾਜ ਇਕੱਲੇ ਹੋ ਕੇ ਇਹ ਬੇਨਤੀ ਜ਼ਰੂਰ ਪੜ੍ਹ ਲਓ। ਮਹਾਰਾਜ ਦਿੱਲੀ ਦੀਆਂ ਸੰਗਤਾਂ ਨੇ ਇਹ ਬੇਨਤੀ ਭੇਜੀ ਹੈ। ਗੁਰੂ ਸਾਹਿਬ ਮਹਾਰਾਜ ਉਸ ਸਮੇਂ ਆਪਣੇ ਪੁੱਤਰ ਦਾ ਸ਼ਗਨ ਛੱਡ ਕੇ, ਇਹ ਰਸਮ ਛੱਡ ਕੇ ਸਤਿਗੁਰੂ ਜੀ ਨੇ ਸੰਗਤ ਨੂੰ ਪਹਿਲਾ ਦਰਜਾ ਦਿੱਤਾ ਜੀ। ਇਸੇ ਕਰਕੇ ਕਿਹਾ ਜਾਂਦਾ ਗੁਰੂ 20 ਵਿਸਵੇ ਸੰਗਤ 21 ਵਿਸਵੇ ਜੀ। ਹਾਂਜੀ, ਗੁਰੂ ਸਾਹਿਬ ਤੋਂ ਵੀ ਵੱਡਾ ਜਿਹੜਾ ਦਰਜਾ ਹੈ ਉਹ ਸਤਿਗੁਰੂ ਜੀ ਨੇ ਸੰਗਤ ਨੂੰ ਦਿੱਤਾ ਹੈ। ਭਾਵੇਂ ਸੰਗਤ ਸਦਾ ਨਿਮਰਤਾ ਵਿੱਚ ਰਹਿੰਦੀ ਹੈ, ਸੰਗਤ ਵਾਸਤੇ ਗੁਰੂ ਜੀ ਹੀ ਵੱਡੇ ਹਨ, ਪਰ ਗੁਰੂ ਸਾਹਿਬ ਨੇ ਸੰਗਤ ਨੂੰ ਬੜਾ ਵੱਡਾ ਦਰਜਾ ਦਿੱਤਾ ਹੈ ਜੀ। ਕੋਈ ਵੀ ਗੱਲ ਹੋਵੇ ਸੰਗਤ ਦੀ ਗੱਲ ਜਿਹੜੀ ਹੈ ਉਹ ਨਹੀਂ ਮੋੜਦੇ ਮਹਾਰਾਜ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਤੁਸੀਂ ਬਾਣੀ ਪੜ੍ਹਨ ਵਾਲੇ ਪ੍ਰੇਮੀ ਬੈਠੇ ਜੇ, ਬਹੁਤ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਸੰਗਤ ਸ਼ਬਦ ਆਇਆ ਹੈ ਜੀ। ਸੰਗਤ ਸ਼ਬਦ ਆਇਆ, ਸੰਗਤ ਉਹ ਵੀ ਨਾਮ ਜਪਣ ਵਾਲੀ ਹੋਵੇ ਫਿਰ ਤੋਂ ਰੱਬ ਹੀ ਹੈ, ਪਰਮੇਸ਼ਰ ਹੀ ਹੈਗਾ ਜੀ। ਮਹਾਰਾਜ ਜੀ ਉੱਠੇ, ਅਜੇ ਗੁਰੂ ਸਾਹਿਬ ਨੇ ਚਿੱਠੀ ਪੜ੍ਹਨੀ ਹੈ, ਮਹਾਰਾਜ ਜੀ ਦੇ ਹੱਥ ਵਿੱਚ ਹੈ ਚਿੱਠੀ। ਸੰਗਤ ਵਿੱਚ ਇੱਕ ਬ੍ਰਹਮ ਗਿਆਨੀ ਸਿੱਖ ਬੈਠਾ ਹੈ ਜੀ, ਜਿਹੜੇ ਆਮ ਦੀਵਾਨੇ ਮਸਤਾਨੇ ਹੀ ਬਣ ਕੇ ਰਹਿੰਦੇ ਸਨ, ਬਹੁਤ ਜੁੜੇ ਹੋਏ ਰੱਬ ਦਾ ਨਾਮ ਜਪਣ ਵਾਲੇ ਜੀ। ਉਹ ਗੁਰੂ ਕੇ ਸਿੱਖ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਉਹ ਇਕੱਲੇ ਹੀ ਬੋਲ ਪਏ ਜੀ। ਉੱਥੇ ਕਹਿਣ ਲੱਗੇ ਕੀ ਲਿਖਦਾ ਚੰਦੂ, ਕਹਿਣ ਲੱਗੇ ਵਾਹਿਗੁਰੂ ਕੀ ਲਿਖਦੀ ਸੰਗਤ। ਕਹਿਣ ਲੱਗੇ ਮਹਾਰਾਜ ਇਹ ਗੱਲ ਗੁੱਝੀ ਨਹੀਂ ਰਹਿਣੀ, ਤੁਸੀਂ ਗੱਲ ਲੁਕਾ ਰਹੇ ਸੀਗੇ ਪਰ ਗੱਲ ਪ੍ਰਗਟ ਹੋਣੀ ਸੀਗੀ। ਕੀ ਭੌਂਕਦਾ ਕੁੱਤਾ, ਕਹਿਣ ਲੱਗੇ ਕੀ ਕਹਿੰਦਾ ਵੀ ਗੁਰੂ ਘਰ ਛੋਟਾ ਤੇ ਉਹ ਵੱਡਾ।
ਕਹਿਣ ਲੱਗੇ ਮਹਾਰਾਜ ਤੁਹਾਨੂੰ ਇਹੋ ਜਿਹੇ ਬੰਦਿਆਂ ਨਾਲ ਰਿਸ਼ਤਾ ਨਹੀਂ ਬਣ ਆਉਂਦਾ। ਸੰਗਤ ਉਹਨੂੰ ਕਹਿਣ ਲੱਗੀ ਵੀ ਐਡਾ ਖੁਸ਼ੀਆਂ ਦਾ ਸਮਾਂ, ਇੰਨਾ ਵਧੀਆ ਸਮਾਂ, ਤੇ ਤੁਸੀਂ ਇਹੋ ਜਿਹੀਆਂ ਕਿਹੜੀਆਂ ਗੱਲਾਂ ਕਰਨ ਦੇ। ਜਦੋਂ ਕੁਝ ਪ੍ਰੇਮੀ ਉਸ ਸਿੱਖ ਨੂੰ ਚੁੱਪ ਕਰਾਉਣ ਲੱਗੇ, ਗੁਰੂ ਸਾਹਿਬ ਨੇ ਹੱਥ ਦਾ ਇਸ਼ਾਰਾ ਕੀਤਾ ਵੀ ਕੁਛ ਕਹਿਣਾ ਨਹੀਂ ਇਸ ਸਿੱਖ ਨੂੰ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਕੋਈ ਨਹੀਂ ਪਤਾ ਸੰਗਤ ਵਿੱਚ ਕਿਹੜਾ ਜੁੜਿਆ ਹੋਇਆ ਬੈਠਾ ਹੈ ਜੀ। ਹਾਂਜੀ, ਆਪਾਂ ਬਾਹਰੋਂ ਤੇ ਇੱਕੋ ਜਿਹੇ ਹੀ ਲੱਗਦੇ ਆ, ਅੰਦਰ ਕਿਹਦਾ ਜ਼ਿਆਦਾ ਤਰੱਕੀ ਵਿੱਚ ਹੈਗਾ ਜੀ, ਕਿਹਦੀ ਸੁਰਤ ਜ਼ਿਆਦਾ ਜੁੜੀ ਹੈ ਜੀ, ਕੌਣ ਪਹੁੰਚਿਆ ਹੋਇਆ ਜੀ, ਇਹਦਾ ਸਾਨੂੰ ਕੀ ਅੰਦਾਜ਼ਾ ਲੱਗ ਸਕਦਾ ਹੈ ਜੀ। ਹਾਂਜੀ, ਉਸ ਸਿੱਖ ਨੇ ਪਹਿਲਾਂ ਹੀ ਬੜਾ ਕੁਝ ਬੋਲ ਕੇ ਦੱਸ ਦਿੱਤਾ। ਸੱਚੇ ਪਾਤਸ਼ਾਹ ਚਿੱਠੀ ਲੈ ਕੇ ਵੱਖਰੇ ਹੋ ਕੇ ਪੜ੍ਹੀ, ਸੰਗਤ ਦੀ ਸਾਰੀ ਬੇਨਤੀ ਗੁਰੂ ਸਾਹਿਬ ਜੀ ਨੇ ਆਪ ਪੜ੍ਹੀ ਹੈ। ਮਹਾਰਾਜ ਜੀ ਨੇ ਉਹ ਬੇਨਤੀ ਪੜ੍ਹ ਕੇ ਤੇ ਆ ਕੇ ਬੈਠ ਗਏ। ਬੜੇ ਧੀਰਜ ਵਿੱਚ, ਬੜੀ ਜ਼ਿਆਦਾ ਸ਼ਾਂਤੀ ਦੇ ਵਿੱਚ ਮਹਾਰਾਜ ਨੇ ਬ੍ਰਾਹਮਣ ਨੂੰ ਨਾਂਹ ਕੀਤੀ। ਮਹਾਰਾਜ ਕਹਿਣ ਲੱਗੇ ਚੰਦੂ ਨੂੰ ਆਖੋ ਸਾਨੂੰ ਸਾਡੇ ਵਰਗਾ ਲੱਭ ਲੇਗਾ, ਉਹ ਉੱਚਾ ਬੰਦਾ ਹੈਗਾ। ਮਹਾਰਾਜ ਕਹਿਣ ਲੱਗੇ ਸਾਡਾ ਤਾਂ ਉਹਦਾ ਮੁਕਾਬਲਾ ਕੋਈ ਨਹੀਂ ਹੈਗਾ ਜੀ। ਨਿਮਰਤਾ ਵਾਲੇ ਬੋਲ ਬੋਲੇ। ਮਹਾਰਾਜ ਕਹਿਣ ਲੱਗੇ ਉਹ ਚੁਬਾਰਾ ਹੈਗਾ, ਤੇ ਚੁਬਾਰਾ ਤੇ ਕਹਿਣ ਲੱਗੇ ਬਿਜਲੀ ਪੈਣ ਨਾਲ ਚੁਬਾਰੇ ਤੇ ਜਿਹੜਾ ਬੰਦਾ ਚੜਿਆ ਉਹ ਸੜ ਵੀ ਜਾਂਦਾ। ਕਹਿਣ ਲੱਗੇ ਹਾਂਜੀ, ਚੇਤਾ ਰੱਖਿਓ ਜਿਹੜੀ ਨੀਂਹ ਹੈ ਨਾ, ਨੀਂਹ ਦਾ ਨੁਕਸਾਨ ਨਹੀਂ ਹੁੰਦਾ, ਚੁਬਾਰਿਆਂ ਦਾ ਹੋ ਜਾਂਦਾ ਹੈ ਜੀ। ਨੀਂਹ ਦੀ ਵਾਰੀ ਐਂਡ ਤੇ ਆਉਣੀ ਹੈ ਜੀ, ਬਿਲਕੁਲ ਥੱਲੇ ਹੈ, ਨੀਂਹ ਕਰਕੇ ਚੁਬਾਰੇ ਹੈ। ਪਰ ਸਭ ਤੋਂ ਪਹਿਲਾਂ ਜੇ ਕੁਛ ਢੱਠਦਾ, ਪਹਿਲਾਂ ਚੁਬਾਰੇ ਹੀ ਢੱਠਦੇ ਆ ਜੀ। ਹਾਂਜੀ, ਇਹਦਾ ਭਾਵ ਇਹ ਹੈ ਸਭ ਤੋਂ ਪਹਿਲਾਂ ਜੇ ਕੋਈ ਢੱਠਦਾ ਤੇ ਹੰਕਾਰ ਵਾਲਾ ਬੰਦਾ ਢੱਠਦਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਆਖਣ ਲੱਗੇ ਉਹਨੂੰ ਕੋ ਆਪਣੇ ਬਰਾਬਰ ਦਾ ਕੋਈ ਲੱਭੇ, ਅਸੀਂ ਉਹਦੇ ਬਰਾਬਰ ਦੇ ਨਹੀਂ ਹੈਗੇ ਜੀ। ਤੇ ਗੱਲ ਸੱਚੀ ਹੈ, ਚੰਦੂ ਬਹੁਤ ਛੋਟਾ ਹੈ, ਉਹਨੂੰ ਕੋਈ ਉਹੋ ਜਿਹਾ ਹੀ ਚਾਹੀਦਾ ਹੈ। ਇੱਥੇ ਤੇ ਉਹ ਚਾਹੀਦਾ ਜਿਹੜਾ ਆਪ ਹੀ ਰੱਬ ਪਰਮੇਸ਼ਰ ਹੋਵੇ ਜੀ। ਹਾਂਜੀ, ਇੱਥੇ ਤੇ ਬਹੁਤ ਵੱਡੀ ਗੱਲ ਹੈਗੀ ਆ ਜੀ। ਮਹਾਰਾਜ ਨੇ ਉਹਨਾਂ ਨੂੰ ਤੋਰਿਆ ਜੀ। ਹਾਂਜੀ, ਉਹ ਹੁਣ ਅੱਗੋਂ ਆਪਾਂ ਪ੍ਰਸੰਗ ਜਿਹੜਾ ਉਹ ਸਰਵਣ ਕਰਨਾ। ਉਹ ਬਥੇਰਾ ਬ੍ਰਾਹਮਣ ਆਖੇ ਵੀ ਮਹਾਰਾਜ ਇਹ ਗੱਲਾਂ ਦਾ ਬਾਅਦ ਚੋਂ ਫੈਸਲਾ ਹੋ ਜਾਏਗਾ, ਆਪਾਂ ਸ਼ਗਨ ਲਾ ਲਈਏ, ਸਮਾਂ ਲੰਘ ਜਾਣਾ। ਮਹਾਰਾਜ ਕਹਿਣ ਲੱਗੇ ਨਹੀਂ, ਹੁਣ ਸ਼ਗਨ ਨਹੀਂ ਲੱਗਣਾ। ਕਹਿਣ ਲੱਗੇ ਸਾਨੂੰ ਸੰਗਤ ਨੇ ਕਹਿ ਦਿੱਤਾ, ਸਾਡੇ ਵਾਸਤੇ ਸੰਗਤ ਦੀ ਗੱਲ ਗੁਰੂ ਨਾਨਕ ਦੇਵ ਜੀ ਦੀ ਗੱਲ ਹੈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਇਸ ਕਰਕੇ ਕਈ ਬੰਦੇ ਜਿਹੜੇ ਗੁਰੂ ਦੀ ਸੰਗਤ ਦੀ ਵੀ ਗੱਲ ਨਹੀਂ ਨਾ ਮੰਨਦੇ, ਫਿਰ ਉਹ ਧੋਖਾ ਖਾ ਜਾਂਦੇ ਜੀ। ਤੁਹਾਨੂੰ ਕੋਈ ਗੱਲ ਸੰਗਤ ਆਖੇ ਉਸੇ ਵੇਲੇ ਮੰਨ ਲੈਣੀ ਜੀ, ਪੰਜ ਸਿੰਘ ਕਹਿ ਦੇਣ ਉਸੇ ਵੇਲੇ ਮੰਨ ਲੈਣੀ ਜੀ। ਹਾਂਜੀ, ਇਹੋ ਜਿਹਾ ਬੰਦਾ ਗੁਰੂ ਦੀ ਵੀ ਖੁਸ਼ੀ ਲੈ ਲੈਂਦਾ, ਰੱਬ ਦੀ ਵੀ ਖੁਸ਼ੀ ਲੈ ਲੈਂਦਾ, ਸੰਗਤ ਦੀ ਵੀ ਖੁਸ਼ੀ ਲੈ ਲੈਂਦਾ ਹੈ ਜੀ। ਮਹਾਰਾਜ ਕਹਿੰਦੇ ਇੱਥੇ ਤੇ ਨਿਮਰਤਾ ਵਾਲਿਆਂ ਦੀ ਗੱਲ ਹੈਗੀ ਹੈ, ਹੰਕਾਰੀਆਂ ਦੀ ਗੱਲ ਨਹੀਂ ਹੈਗੀ। ਕਹਿਣ ਲੱਗੇ ਸੋ ਹੁਣ ਸੰਗਤ ਜੀ ਅੱਗੋਂ ਆਪਾਂ ਕਥਾ ਸਰਵਣ ਕਰਨੀ ਹੈ। ਇੱਕਦਮ ਉੱਥੇ ਹਵਾ ਹੀ ਬਦਲ ਗਈ ਜੀ। ਜਿਹੜਾ ਮਾਹੌਲ ਬਹੁਤ ਖੁਸ਼ੀਆਂ ਦਾ ਸੀ ਨਾ ਜੀ, ਚੰਦੂ ਦੀਆਂ ਕਈਆਂ ਹੋਈਆਂ ਗੱਲਾਂ ਸੁਣ ਕੇ ਸਾਰਿਆਂ ਦੇ ਮਨ ਖੱਟੇ ਹੋ ਗਏ ਜੀ, ਮਨ ਫਿੱਕੇ ਹੋ ਗਏ। ਉਹ ਦੁਸ਼ਟ ਪਾਪੀ ਇਹੋ ਜਿਹੀ ਬੋਲੀ ਗੁਰੂ ਘਰ ਦੇ ਪ੍ਰਤੀ ਬੋਲਦਾ, ਇਹੋ ਜਿਹੀ ਬੋਲੀ ਬੋਲਦਾ, ਸਾਰਿਆਂ ਦੇ ਮਨ ਜਿਹੜੇ ਨਾ ਜੀ ਉਹ ਫਿੱਕੇ ਜਿਹੇ ਹੋ ਗਏ ਜੀ, ਬਿਲਕੁਲ ਫਿੱਕੇ ਹੋ ਗਏ। ਤੇ ਸਾਰੇ ਆਪਸ ਵਿੱਚ ਗੱਲਾਂ ਕਰਦੇ ਹੈ ਕਿ ਹੰਕਾਰ ਤੇ ਬਲਾ ਹੈ, ਬਲਾ ਜਿਹਨੂੰ ਚਿੰਬੜ ਜਾਵੇ ਉਹਦਾ ਰਹਿੰਦਾ ਕੱਖ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਦੋ ਚੀਜ਼ਾਂ ਬੜੀਆਂ ਵੱਡੀਆਂ ਬਲਾਵਾਂ ਨੇ ਜੀ, ਇੱਕ ਗੁੱਸਾ, ਇੱਕ ਹੰਕਾਰ ਜੀ, ਤੇ ਦੋਵਾਂ ਦਾ ਹੀ ਪੱਕਾ ਸੰਬੰਧ ਹੈਗਾ ਜੀ। ਜਦੋਂ ਚੰਦੂ ਨੇ ਸੁਣਿਆ ਵੀ ਉਹਦਾ ਰਿਸ਼ਤਾ ਇੱਥੇ ਹੋ ਗਿਆ, ਧੀ ਦਾ ਗੁਰੂ ਘਰ ਨਾਲ ਜੋੜਿਆ, ਉਹਨੂੰ ਗੁੱਸਾ ਚੜਿਆ ਜੀ। ਗੁੱਸੇ ਦੇ ਨਾਲ ਉਹਨੇ ਹੰਕਾਰ ਵਾਲੇ ਬੋਲ ਬੋਲੇ ਜੀ। ਕ੍ਰੋਧ ਦਾ ਤੇ ਹੰਕਾਰ ਦਾ ਬੜਾ ਵੱਡਾ ਸੰਬੰਧ ਹੈਗਾ ਆਪਸ ਵਿੱਚ, ਤੇ ਦੋਵੇਂ ਹੀ ਬਲਾਵਾਂ ਨੇ ਜੀ, ਭੂਤ ਨੇ ਜੀ ਦੋਵੇਂ। ਤੁਸੀਂ ਵੇਖ ਲਓ ਗੁੱਸੇ ਦੇ ਵਿੱਚ ਜਦੋਂ ਬੰਦਾ ਆਉਂਦਾ ਉਹਦਾ ਚਿਹਰਾ ਹੋਰ ਤਰ੍ਹਾਂ ਦਾ ਹੋ ਜਾਂਦਾ ਜੀ, ਜਦੋਂ ਖੁਸ਼ ਹੁੰਦਾ ਉਹਦਾ ਚਿਹਰਾ ਖਿੜਿਆ ਰਹਿੰਦਾ, ਸੋਹਣਾ ਲੱਗਦਾ। ਗੁੱਸੇ ਵਿੱਚ ਉਸੇ ਬੰਦੇ ਕੋਲੋਂ ਡਰ ਲੱਗਣ ਲੱਗ ਪੈਂਦਾ, ਬੰਦਾ ਡਰਦਾ ਉਹਦੇ ਨੇੜੇ ਨਹੀਂ ਜਾਂਦਾ ਜੀ। ਇਹ ਬਲਾ ਹੈ ਜੀ ਗੁੱਸਾ ਜੀ। ਇਸੇ ਕਰਕੇ ਮਹਾਰਾਜ ਕਹਿੰਦੇ ਨਾ, ਦੁੰਦਰ ਬੰਧੋ ਸੁੰਦਰ ਪਾਵੋ। ਕ੍ਰੋਧ ਨੂੰ ਬੰਧ ਲਓ, ਸੁੰਦਰਤਾ ਤੁਹਾਨੂੰ ਆਪੇ ਮਿਲ ਜਾਏਗੀ ਜੀ। ਸੋ ਹੁਣ ਆਪਾਂ ਇਹਦੇ ਤੋਂ ਅੱਗੇ ਪ੍ਰਸੰਗ ਸਰਵਣ ਕਰਨਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ
ਮਹਾਰਾਜ ਕਹਿੰਦੇ ਉਹ ਧੰਨ ਵਾਲਾ ਹੈ, ਧੰਨ ਵਾਲਿਆਂ ਨਾਲ ਰਿਸ਼ਤਾ ਬਣਾਵੇ, ਅਸੀਂ ਧੰਨ ਵਾਲੇ ਨਹੀਂ ਹੈਗੇ। ਮਹਾਰਾਜ ਕਹਿਣ ਲੱਗੇ ਬੜੀ ਨਿਮਰਤਾ ਵਾਲੇ ਬਚਨ ਮਹਾਰਾਜ ਨੇ ਬੋਲੇ, ਬੜੀ ਨਿਮਰਤਾ ਵਾਲੇ ਬੋਲ ਸੱਚੇ ਪਾਤਸ਼ਾਹ ਜੀ ਨੇ ਬੋਲੇ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਨਿਮਰਤਾ ਦੇ ਪੁੰਜ ਵੀ ਕਿਹਾ ਜਾਂਦਾ ਹੈ ਜੀ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਜਾਂਦਾ ਹੈ ਜੀ। ਹੁਣ ਇਹਦੇ ਤੋਂ ਅੱਗੇ ਕਥਾ ਸੁਣੀਏ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹਿਨ ਸੁਨਨ ਬਹੁ ਤਬ ਪਇਓ, ਠਹਿਰਿਓ ਅੰਤ ਮਤੰਤ। ਉਹ ਬ੍ਰਾਹਮਣ ਬੜਾ ਕੁਝ ਆਖੇ ਜੀ, ਛੱਡੋ ਪਰਾਂ। ਮਹਾਰਾਜ ਬੰਦਾ ਗੁੱਸੇ ਵਿੱਚ ਗੱਲ ਕਰ ਬੈਠਦਾ, ਕੋਈ ਨਹੀਂ ਮਹਾਰਾਜ ਤੁਸੀਂ ਤੇ ਵੱਡੇ ਜੇ, ਤੁਸੀਂ ਇਹ ਗੱਲਾਂ ਛੱਡ ਦਿਓ। ਤੇ ਗੁਰੂ ਸਾਹਿਬ ਨੇ ਫਿਰ ਅਖੀਰ ਤੇ ਗੱਲ ਮੁਕਾਈ ਜੀ। ਮਹਾਰਾਜ ਕਹਿਣ ਲੱਗੇ ਕਹਿਣਾ ਸੁਣਨਾ ਬਹੁਤ ਹੋ ਗਿਆ, ਮੁੱਕਦੀ ਗੱਲ ਇਹ ਹੈ ਨਹਿ ਨਾਤਾ ਹਮ ਲੇ ਹੈ, ਹੰਕਾਰੀ ਕੁਲਵੰਤ। ਮਹਾਰਾਜ ਕਹਿਣ ਲੱਗੇ ਉਹ ਕੁੱਲ ਵਾਲਾ ਹੈ, ਆਪਣੇ ਆਪ ਨੂੰ ਸਮਝਦਾ, ਹੰਕਾਰ ਹੈ ਉਹਨੂੰ। ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਸੰਗਤ ਨੇ ਕਹਿ ਦਿੱਤਾ ਅਸੀਂ ਰਿਸ਼ਤਾ ਨਹੀਂ ਲੈਣਾ। ਹੁਣ ਉਹ ਕਹਿਣ ਲੱਗੇ ਸ਼ਗਨ ਨਹੀਂ ਲਾਉਣਾ, ਤੁਸੀਂ ਕਹਿਣ ਲੱਗੇ ਹੁਣ। ਹਾਂਜੀ। ਚੌਪਈ ਦਿਜ ਨਾਈ ਸੁਨ ਜੁਗਤ ਬਿਸੂਰਤ। ਉਹ ਬ੍ਰਾਹਮਣ ਤੇ ਨਾਈ ਦੋਵੇਂ ਚਿੰਤਾ 'ਚ ਪੈ ਗਏ ਵੀ ਅਸੀਂ ਤੇ ਸ਼ਗਨ ਲੈ ਕੇ ਆਏ ਸਾਂ, ਇਹ ਕੀ ਬਣ ਗਿਆ ਇੱਥੇ। ਜਨ ਚਿੰਤਾ ਇਹ ਧਾਰੀ ਮੂਰਤ। ਇੰਨੀ ਜ਼ਿਆਦਾ ਚਿੰਤਾ ਉਹਨਾਂ ਦੋਵਾਂ ਨੂੰ ਹੋ ਗਈ ਵੀ ਬੈਠੇ ਉੱਥੇ ਉਹ ਸੁੱਧ ਬੁੱਧ ਵਿਸਰ ਗਈ ਜੀ। ਜਿਵੇਂ ਚਿੰਤਾ ਨੇ ਹੀ ਰੂਪ ਧਾਰਿਆ ਹੋਵੇ ਉਹਨਾਂ ਦਾ, ਇੰਨੇ ਜ਼ਿਆਦਾ ਪਰੇਸ਼ਾਨ ਹੋ ਗਏ ਜੀ। ਕਿਉਂ ਗਾਂ ਚੰਦੂ ਬੈਠਾ ਨਾ ਜੀ ਬੜਾ ਡਾਢਾ। ਹਾਂਜੀ। ਕਹਿ ਬਹੁ ਰਹੇ ਨਹੀਂ ਗੁਰਮਾਨੀ। ਉਹਨਾਂ ਬੜਾ ਆਖਿਆ ਮਹਾਰਾਜ ਨੂੰ ਵੀ ਮਹਾਰਾਜ ਕੋਈ ਗੱਲ ਨਹੀਂ, ਪਰ ਸੰਗਤ ਮਹਾਰਾਜ ਨੇ ਇਹੋ ਹੀ ਬਚਨ ਉੱਤਰ ਦਿੱਤਾ, ਕਹਿਬੋ ਸੰਗਤ ਕੋ ਪ੍ਰਿਯ ਜਾਨੀ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਚੰਦੂ ਨੂੰ ਕਹਿ ਦਿਓ ਸਾਨੂੰ ਸੰਗਤ ਦੀ ਬਚਨ ਦੇ ਉੱਤੇ ਸਾਡੇ ਲਈ ਹੋਰ ਕੁਝ ਵੀ ਨਹੀਂ ਹੈਗਾ। ਕਿੰਨਾ ਮਾਣ ਦਿੱਤਾ ਸਾਨੂੰ ਸਾਰਿਆਂ ਨੂੰ ਜੀ, ਗੱਜ ਕੇ ਆਖੋ ਵਾਹਿਗੁਰੂ। ਸੰਗਤ ਤੋਂ ਉੱਤੇ ਸਾਡੇ ਵਾਸਤੇ ਕੋਈ ਨਹੀਂ ਹੈਗਾ, ਸਾਡੇ ਵਾਸਤੇ ਸਾਰਾ ਕੁਝ ਗੁਰੂ ਨਾਨਕ ਦੇਵ ਜੀ ਦੀ ਸੰਗਤ ਹੀ ਹੈ। ਜਬ ਸ਼੍ਰੀ ਅਰਜਨ ਏਵ ਉਚਾਰਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇਸ ਤਰ੍ਹਾਂ ਬਚਨ ਜਦੋਂ ਉਚਾਰਿਆ, ਹਮ ਹੈ ਮਿਲ ਹੈ ਕੋ ਨਿਰਹੰਕਾਰਾ। ਮਹਾਰਾਜ ਕਹਿਣ ਲੱਗੇ ਸਾਨੂੰ ਤੇ ਕੋਈ ਨਿਰਹੰਕਾਰੀ ਚਾਹੀਦਾ, ਜਿਹਦੇ ਅੰਦਰ ਮੈਲ ਹੰਕਾਰ ਦੀ ਨਾ ਹੋਵੇ, ਜਿਹੜਾ ਨਿਮਰਤਾ ਵਾਲਾ ਹੋਵੇ। ਹਾਂਜੀ। ਡੱਲੇ ਕੇ ਵਾਸੀ ਸਿੱਖ ਬੈਸੇ। ਉੱਥੇ ਨਾ ਜੀ ਡੱਲੇ ਪਿੰਡ ਦੀ ਸੰਗਤ ਬੈਠੀ ਸੀਗੀ ਜੀ। ਹੁਣ ਧਿਆਨ ਨਾਲ ਸੁਣਿਓ ਗੱਲ, ਡੱਲੇ ਪਿੰਡ ਦੀ ਸੰਗਤ ਬੈਠੀ ਸੀਗੀ ਜੀ। ਡੱਲਾ ਪਿੰਡ ਕਿੱਥੇ ਹੈ? ਸੁਲਤਾਨਪੁਰ ਲੋਧੀ, ਤੁਸੀਂ ਦਰਸ਼ਨ ਕੀਤੇ। ਸੁਲਤਾਨਪੁਰ ਲੋਧੀ ਤੋਂ 4 ਕਿਲੋਮੀਟਰ ਦੂਰ ਡੱਲਾ ਪਿੰਡ ਹੈ ਜੀ, ਭਾਈ ਪਾਰੋ ਜੀ ਦਾ ਪਿੰਡ ਹੈ ਜੀ। ਡੱਲੇ ਪਿੰਡ ਦੀਆਂ ਸੰਗਤਾਂ ਉੱਥੇ ਬੈਠੀਆਂ ਸਨ ਜੀ। ਹਾਂਜੀ। ਸੁਨਿਓ ਬਖਾਨਿਓ ਸਤਿਗੁਰ ਜੈਸੇ। ਉਹਨਾਂ ਨੇ ਮਹਾਰਾਜ ਦਾ ਬਚਨ ਸੁਣਿਆ ਵੀ ਸਾਨੂੰ ਉਹ ਮਿਲੇ ਜਿਹੜਾ ਨਿਰਹੰਕਾਰੀ ਹੈ। ਹਾਂਜੀ। ਸ਼੍ਰੀ ਗੁਰ ਅਮਰਦਾਸ ਕੇ ਪਾਸ। ਤੇ ਡੱਲੇ ਪਿੰਡ ਦੇ ਇੱਕ ਸਿੱਖ, ਹਾਂਜੀ, ਭਾਈ ਪਾਰੋ ਭਇਓ ਪ੍ਰਕਾਸ਼। ਭਾਈ ਪਾਰੋ ਜੀ ਜਿਹੜੇ ਗੁਰੂ ਅਮਰਦਾਸ ਜੀ ਦੇ ਕੋਲ ਰਹਿੰਦੇ ਹੁੰਦੇ ਸੀਗੇ, ਤੇ ਗੁਰੂ ਅਮਰਦਾਸ ਜੀ ਦੇ ਬਹੁਤ ਜ਼ਿਆਦਾ ਨਿਕਟਵਰਤੀ ਸੀਗੇ ਜੀ। ਭਾਈ ਪਾਰੋ ਜੀ ਬ੍ਰਹਮ ਗਿਆਨੀ ਹੋਏ ਨੇ ਜੀ। ਭਾਈ ਪਾਰੋ ਜੀ ਜਦੋਂ ਸੰਗਤ ਜੀ ਅੰਮ੍ਰਿਤ ਵਾਹਿਗੁਰੂ ਡੱਲੇ ਤੋਂ ਗੋਇੰਦਵਾਲ ਸਾਹਿਬ ਆਉਂਦੇ ਨਾ ਜੀ, ਉਹਨਾਂ ਦੀ ਘੋੜੀ ਹਵਾ ਚੁੱਡ ਕੇ ਆਉਂਦੀ ਹੁੰਦੀ ਸੀਗੀ ਜੀ। ਬੜੀ ਵੱਡੀ ਕਮਾਈ ਦੇ ਮਾਲਕ ਹੋਏ ਜੀ ਭਾਈ ਪਾਰੋ ਜੀ। ਇੱਕ ਦਿਨ ਤੇ ਗੁਰੂ ਅਮਰਦਾਸ ਜੀ ਭਾਈ ਪਾਰੋ ਜੀ ਤੇ ਇੰਨੇ ਜ਼ਿਆਦਾ ਖੁਸ਼ ਹੋ ਗਏ ਸਨ, ਮਹਾਰਾਜ ਗੁਰੂ ਅਮਰਦਾਸ ਸਾਹਿਬ ਭਾਈ ਪਾਰੋ ਨੂੰ ਕਹਿਣ ਲੱਗੇ, ਭਾਈ ਪਾਰੋ ਜੀ ਕਰਦਾ ਤੁਹਾਨੂੰ ਗੁਰਤਾ ਗੱਦੀ ਦੇ ਦਈਏ। ਕਿੰਨੇ ਖੁਸ਼ ਹੋਏ ਹੋਣਗੇ ਮਹਾਰਾਜ। ਤੇ ਭਾਈ ਪਾਰੋ ਜੀ ਦਾ ਜੀਵਨ ਗੁਰੂਆਂ ਵਰਗਾ ਜੀ। ਤੇ ਭਾਈ ਪਾਰੋ ਜੀ ਨੇ ਉੱਤਰ ਦਿੱਤਾ, ਮੋਕੋ ਗੁਰਸਿੱਖੀ ਹੀ ਭਾਵੈ। ਮਹਾਰਾਜ ਮੈਨੂੰ ਸਿੱਖੀ ਚੰਗੀ ਲੱਗਦੀ ਹੈ। ਉਸ ਭਾਈ ਪਾਰੋ ਜੀ ਦੇ ਪਰਿਵਾਰ ਵਿੱਚ ਕੁਝ ਪ੍ਰੇਮੀ ਬੈਠੇ ਹੋਏ ਸਨ, ਭਾਈ ਪਾਰੋ ਦੇ ਪਰਿਵਾਰ ਦੇ।
ਹਾਂਜੀ। ਜਨਮਿਓ ਤਿਸ ਕੇ ਬੰਸ ਮਝਾਰੇ, ਭਾਈ ਪਾਰੋ ਜੀ ਦੀ ਕੁੱਲ ਵਿੱਚ ਨਾਮ ਨਾਰਾਇਣ ਦਾਸ ਉਚਾਰੇ। ਇੱਕ ਸਿੱਖ ਸੀ ਜਿਹਦਾ ਨਾਮ ਸੀ ਨਾਰਾਇਣ ਦਾਸ। ਗੱਜ ਕੇ ਆਖੋ। ਨਾਰਾਇਣ ਦਾਸ ਉੱਥੇ ਸੰਗਤ ਵਿੱਚ ਬੈਠੇ ਹੋਏ ਸਨ ਜੀ। ਸੰਗਤ ਜੀ, ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਸੀਗਾ, ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਕਿਹਾ ਸੀ, ਭਾਈ ਪਾਰੋ ਸਮਾਂ ਆਏਗਾ ਤੇਰਾ ਘਰ ਤੇ ਸਾਡਾ ਘਰ ਦੋਵਾਂ 'ਚ ਸੰਬੰਧ ਪੈਦਾ ਹੋਏਗਾ ਤੇ ਇੱਕੋ ਜਿਹਾ ਹੀ ਹੋ ਜਾਏਗਾ। ਕਹਿਣ ਲੱਗੇ ਰਿਸ਼ਤੇਦਾਰੀ ਬਣੇਗੀ ਸਾਡੀ। ਕਹਿਣ ਲੱਗੇ ਉਹਨਾਂ ਦੀ ਕੁੱਲ ਚੋਂ ਭਾਈ ਨਾਰਾਇਣ ਦਾਸ ਜੀ ਉੱਥੇ ਹੀ ਬੈਠੇ ਸਨ ਦਰਬਾਰ ਸਾਹਿਬ। ਹਾਂਜੀ। ਕਿਰਪਾ ਦ੍ਰਿਸ਼ਟ ਸਿੱਖਨ ਦਿਸ਼ ਜਾਨੀ, ਹਾਂਜੀ। ਨਿਜ ਮਨ ਮੈਂ ਗਿਣਤੀ ਤਬ ਠਾਨੀ। ਉਹਨਾਂ ਨੇ ਆਪਣੇ ਮਨ ਵਿੱਚ ਇਹ ਗੱਲ ਸੋਚੀ ਜੀ, ਨਾਰਾਇਣ ਦਾਸ ਜੀ ਨੇ। ਹਾਂਜੀ। ਸੁਤਾ ਸਪਤ ਸੰਮਤ ਕੀ ਮੇਰੀ, ਵੀ ਮੇਰੀ ਧੀ ਵੀ 7 ਸਾਲ ਦੀ ਹੈ। ਹਾਂਜੀ। ਨਾਤਾ ਦਿਉ ਜੇ ਨਹਿ ਗੁਰ ਫੇਰੀ। ਤੇ ਹੁਣ ਸਮਾਂ ਬਣਿਆ ਮੈਂ ਮਹਾਰਾਜ ਨੂੰ ਬੇਨਤੀ ਕਰਾਂ ਤੇ ਗੁਰੂ ਸਾਹਿਬ ਮੰਨ ਲੈਣ ਤੇ ਰਿਸ਼ਤਾ ਹੀ ਪ੍ਰਵਾਨ ਕਰ ਲੈਣ। ਹਾਂਜੀ। ਨਿਰਹੰਕਾਰ ਗਰੀਬ ਜੇ ਹੋਏ, ਹਾਂਜੀ। ਦੇ ਨਾਤਾ ਹਮ ਲੈ ਹੈ ਸੋਏ। ਨਾਲੇ ਗੁਰੂ ਸਾਹਿਬ ਨੇ ਕਿਹਾ ਵੀ ਗਰੀਬ ਹੋਵੇ ਕੋਈ, ਭਾਵ ਨਿਮਰਤਾ ਵਾਲਾ ਹੋਵੇ। ਹਾਂਜੀ। ਇਮ ਸ਼੍ਰੀ ਗੁਰ ਨੇ ਬਾਕ ਬਖਾਨਾ, ਸਫਲੈ ਸੋਹੇ ਹੋਏ ਨਹਾਨਾ। ਤੇ ਭਾਈ ਨਾਰਾਇਣ ਦਾਸ ਜੀ ਸੋਚਦੇ ਵੀ ਇਸ ਤਰੀਕੇ ਨਾਲ ਮਹਾਰਾਜ ਨੇ ਬਚਨ ਕੀਤਾ ਤੇ ਜੇ ਕਿਤੇ ਸਾਡੀ ਗੱਲ ਬਣ ਜੇ ਤੇ ਬੜੀ ਵੱਡੀ ਗੱਲ ਹੈਗੀ ਹੈ। ਹਾਂਜੀ। ਕਹੋਂ ਅਬ ਹੈ ਵਿੱਚ ਸਕਲ ਸਮਾਜਾ। ਭਾਈ ਨਾਰਾਇਣ ਦਾਸ ਜੀ ਸੰਗਤ ਵਿੱਚ ਬੈਠੇ ਸੋਚਣ ਲੱਗੇ ਕਿ ਮੈਂ ਸੰਗਤ ਦੇ ਵਿੱਚ ਹੀ ਹੁਣੇ ਹੀ ਗੱਲ ਤੋਰ ਦਿਆਂ। ਹਾਂਜੀ। ਸ਼੍ਰੀ ਸਤਿਗੁਰ ਰਾਖੈ ਮਮ ਲਾਜਾ। ਤੇ ਗੁਰੂ ਸਾਹਿਬ ਮੇਰੇ ਗਰੀਬ ਦੀ ਲਾਜ ਰੱਖਣਗੇ, ਮੇਰੀ ਗੱਲ ਮੰਨ ਲੈਣਗੇ। ਹਾਂਜੀ। ਇਸ ਯੁਗ ਮੈਂ ਤੋ ਅਹੈ ਸੁਹੇਲੀ। ਇਸ ਜੱਗ ਵਿੱਚ ਹੋਰ ਇਹਦੇ ਤੋਂ ਵੱਡੀ ਕੀ ਗੱਲ ਹੋਏਗੀ ਜੇ ਕਿਤੇ ਸਾਡਾ ਸੰਬੰਧ ਗੁਰੂ ਘਰ ਨਾਲ ਬਣਦੇ। ਹਾਂਜੀ। ਵਿੱਚ ਪਰਲੋਕ ਕੇ ਰੱਖੈ ਦੋਹੇਲੀ। ਤੇ ਮਹਾਰਾਜ ਤੇ ਲਾਜ ਰੱਖਣ ਵਾਲੇ ਆ, ਇੱਥੇ ਵੀ ਲਾਜ ਰੱਖਦੇ, ਅੱਗੇ ਵੀ ਲਾਜ ਰੱਖਦੇ ਆ। ਹਾਂਜੀ। ਰਾਖਹਿ ਤਹਾਂ ਸਹਾਇਕ ਹੋਏ, ਹਾਂਜੀ। ਬਿਦਤ ਬਾਤ ਕੁਛ ਛਪੀ ਨਾ ਸੋਏ। ਭਾਈ ਨਾਰਾਇਣ ਦਾਸ ਜੀ ਸੰਗਤ ਵਿੱਚ ਬੈਠੇ ਸੋਚ ਰਹੇ ਆ, ਜੇ ਮੈਂ ਗੁਰੂ ਅਰਜਨ ਦੇਵ ਜੀ ਨੂੰ ਆਖਾਂ ਵੀ ਮੇਰੀ ਧੀ ਨੂੰ ਆਪਣੀ ਨਹੁੰ ਬਣਾ ਲਓ ਤੇ ਮੈਨੂੰ ਨਹੀਂ ਲੱਗਦਾ ਵੀ ਗੁਰੂ ਅਰਜਨ ਸਾਹਿਬ ਮੇਰੀ ਗੱਲ ਮੋੜ ਦੇਣਗੇ। ਕਿਉਂ? ਸਿੱਖਾਂ ਦੀ ਗੱਲ ਮੋੜਦੇ ਨਹੀਂ ਮਹਾਰਾਜ। ਹਾਂਜੀ। ਜਾਂ ਤੇ ਸਤਿਗੁਰ ਪਰ ਪਰਵਾਸਾ, ਪੂਰਨ ਕਰੈ ਸੋ ਹੈ ਮਨ ਮਾਸਾ। ਤੇ ਪੂਰਾ ਭਰੋਸਾ ਭਾਈ ਨਾਰਾਇਣ ਦਾਸ ਜੀ ਨੂੰ ਜੀ। ਕਹਿਣ ਲੱਗੇ ਮੈਨੂੰ ਸਤਿਗੁਰੂ ਤੇ ਭਰੋਸਾ, ਮਹਾਰਾਜ ਮੇਰੀ ਗੱਲ ਮੰਨ ਲੈਣਗੇ। ਹਾਂਜੀ। ਭਾਈ ਪਾਰੋ ਕੋ ਬਰ ਭਇਓ। ਨਾਲੇ ਸਾਡੇ ਵਡੇਰੇ ਭਾਈ ਪਾਰੋ ਜੀ ਨੂੰ ਗੁਰੂ ਅਮਰਦਾਸ ਜੀ ਨੇ ਬਚਨ ਵੀ ਕੀਤਾ। ਹਾਂਜੀ। ਸ਼੍ਰੀ ਗੁਰ ਅਮਰਦਾਸ ਜੀ ਦਇਓ, ਗੁਰ ਘਰ ਸੋ ਤੁਵ ਕੁਲ ਕੋ ਨਾਤਾ, ਹੋਏ ਹੈ ਆਗੈ ਜਗ ਬਖਿਆਤਾ। ਭਾਈ ਪਾਰੋ ਜੀ ਨੂੰ ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਕਿਹਾ ਸੀ ਕਿ ਸਮਾਂ ਆਏਗਾ ਤੇਰੇ ਕੁੱਲ ਦਾ ਨਾਤਾ ਗੁਰੂ ਘਰ ਨਾਲ ਜੁੜ ਜਾਏਗਾ, ਰਿਸ਼ਤੇਦਾਰੀ ਬਣੇਗੀ। ਹਾਂਜੀ। ਸੋ ਅਬ ਸਮਾਂ ਆਨ ਕਰ ਹੋਵਾ। ਹੁਣ ਉਹ ਸਮਾਂ ਆ ਗਿਆ ਜੀ, ਹੁਣ ਰਿਸ਼ਤਾ ਹੋ ਸਕਦਾ। ਹਾਂਜੀ। ਔਚਕ ਹੀ ਮੰਡਲ ਮੈਂ ਜੋਵਾ। ਕਿਉਂ? ਇਹ ਅਚਾਨਕ ਹੀ ਗੱਲ ਬਣੀ ਹੈ। ਹਾਂਜੀ। ਇਤਿਆਦਿਕ ਬਹੁ ਹਿਰਦੇ ਵਿਚਾਰਾ, ਸਾਰ ਅਸਾਰ ਕਰਿਓ ਨਿਰਧਾਰਾ। ਇਸ ਤਰੀਕੇ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਭਾਈ ਨਾਰਾਇਣ ਦਾਸ ਜੀ ਨੇ ਬਹੁਤ ਕੁਝ ਸੋਚਿਆ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਚੇਤਾ ਰੱਖਿਓ, ਬੇਧਿਆਨੀ ਗੱਲ ਨਹੀਂ ਕਰਨੀ ਚਾਹੀਦੀ ਜੀ, ਸੋਚ ਲੈਣਾ ਚਾਹੀਦਾ ਜੀ। ਗੱਲ ਕਰਨ ਤੋਂ ਪਹਿਲਾਂ ਹੀ ਨਾਰਾਇਣ ਦਾਸ ਜੀ ਨੇ ਬੜੀ ਵਾਰ ਸੋਚਿਆ, ਇਹ ਵੀ ਸੋਚਿਆ ਵੀ ਜੇ ਮੈਂ ਗੱਲ ਕੀਤੀ ਤੇ ਮਹਾਰਾਜ ਮੇਰੀ ਪੈਜ ਵੀ ਰੱਖਣਗੇ, ਇੱਜ਼ਤ ਵੀ ਰੱਖਣਗੇ। ਹਾਂਜੀ। ਖਰੋ ਭਇਓ ਜੋਰੇ ਜੁਗ ਹਾਥ। ਤੇ ਫਿਰ ਨਾਰਾਇਣ ਦਾਸ ਜੀ ਨੇ ਕੀ ਕੀਤਾ ਜੀ? ਖਰੋ ਭਇਓ ਜੋਰੇ ਜੁਗ ਹਾਥ। ਖੜੇ ਹੋ ਗਏ ਜੀ ਸੰਗਤ 'ਚ, ਖਲੋ ਕੇ
ਦੋਵੇਂ ਹੱਥ ਜੋੜ ਲਏ। ਹੇ ਪ੍ਰਭ ਮੁਝ ਕੋ ਲਖੋ ਅਨਾਥ। ਤੇ ਨਰੈਣ ਦਾਸ ਜੀ ਦਾ ਤਰੀਕਾ ਵੇਖਿਓ ਜੀ, ਨਿਮਰਤਾ ਵਾਲੇ ਨਾ ਜੀ, ਨਿਮਰਤਾ ਵਾਲਿਆਂ ਦੇ ਬੋਲਾਂ ਵਿੱਚ ਵੀ ਨਿਮਰਤਾ ਹੁੰਦੀ ਜੀ। ਹੇ ਸੱਚੇ ਪਾਤਸ਼ਾਹ, ਮਹਾਰਾਜ ਮੈਂ ਅਨਾਥ ਹੈਗਾ ਹਾਂ, ਮੇਰੇ ਅੱਗੇ ਪਿੱਛੇ ਨਹੀਂ ਕੋਈ ਹੈਗਾ। ਹਾਂਜੀ, ਪਾਰੋ ਬੰਸ ਬਿਖੈ ਜਨਮਿਓ। ਭਾਈ ਪਾਰੋ ਜੀ ਦੀ ਕੁੱਲ ਵਿੱਚ ਮੇਰਾ ਜਨਮ ਹੋਇਆ ਸੱਚੇ ਪਾਤਸ਼ਾਹ। ਹਾਂਜੀ, ਡੱਲੇ ਕੀ ਵਾਸੀ ਮੈਂ ਥਿਓ। ਤੇ ਸੱਚੇ ਪਾਤਸ਼ਾਹ ਡੱਲੇ ਪਿੰਡ ਦਾ ਰਹਿਣ ਵਾਲਾ ਮੈਂ। ਹਾਂਜੀ, ਸ਼ੁਭ ਖੱਤਰੀ ਹੋਂ ਦਾਸ ਤੁਮਾਰਾ। ਖੱਤਰੀ ਹੈਗਾ ਸੱਚੇ ਪਾਤਸ਼ਾਹ, ਪਰ ਖੱਤਰੀ ਬਾਅਦ ਚੋਂ ਮਹਾਰਾਜ, ਪਹਿਲਾਂ ਮੈਂ ਤੁਹਾਡਾ ਨੌਕਰ ਹੈਗਾ ਸੱਚੇ ਪਾਤਸ਼ਾਹ। ਹਾਂਜੀ, ਮੁਝ ਨਕੇਤ ਨਹਿ ਦਰਬ ਉਦਾਰਾ। ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਵਾਧੂ ਮਾਇਆ ਨਹੀਂ ਚ ਹੈਗੀ, ਮੈਂ ਬੜਾ ਗਰੀਬ ਜਿਹਾ ਬੰਦਾ ਹੈਗਾ ਮਹਾਰਾਜ। ਹਾਂਜੀ, ਵੱਡਿਓ ਸਹਤ ਹਮ ਗੁਰ ਸ਼ਰਨਾਈ। ਤੇ ਸਾਡੀ ਕੋਲੀ ਤੁਹਾਡੇ ਚਰਨਾਂ ਦੀ ਸੇਵਾਦਾਰ ਰਹੀ ਹੈ। ਸਾਡੇ ਵੱਡੇ ਵਡੇਰੇ ਭਾਈ ਪਾਰੋ ਜੀ ਮਹਾਰਾਜ ਗੁਰੂ ਅਮਰਦਾਸ ਜੀ ਦੇ ਪੱਕੇ ਸੇਵਕ ਰਹੇ ਹੈ। ਹਾਂਜੀ, ਮਮ ਪੁੱਤਰੀ ਕੀ ਲਿਹੋ ਸਗਾਈ। ਤੇ ਮਮ ਪੁੱਤਰੀ ਕੀ ਲਿਹੋ ਸਗਾਈ। ਹੇ ਸੱਚੇ ਪਾਤਸ਼ਾਹ ਮਹਾਰਾਜ, ਮੈਂ ਅਨਾਥ ਬੰਦਾ, ਗਰੀਬ ਬੰਦਾ, ਹੱਥ ਜੋੜ ਕੇ ਬੇਨਤੀ ਕਰ ਰਿਹਾ, ਜੇ ਤੁਸੀਂ ਪ੍ਰਵਾਨ ਕਰੋ ਮਹਾਰਾਜ, ਮੇਰੀ ਧੀ ਨੂੰ ਆਪਣੀ ਨਹੁੰ ਬਣਾ ਲਓ ਸੱਚੇ ਪਾਤਸ਼ਾਹ। ਮੇਰੀ ਧੀ ਨਾਲ ਆਪਣੇ ਪੁੱਤਰ ਦੀ ਸਗਾਈ ਕਰ ਦਿਓ ਮਹਾਰਾਜ। ਆ ਫੋਨ ਬੰਦ ਕਰੋ ਕਿਹਦਾ। ਹਾਂਜੀ, ਸੰਮਤ ਸਪਤ ਆਰਬਲ ਹੋਏ। ਸੱਚੇ ਪਾਤਸ਼ਾਹ ਮੇਰੀ ਧੀ ਦੀ ਉਮਰ 7 ਸਾਲ ਦੀ ਹੈ। ਹਾਂਜੀ, ਹਰ ਗੋਬਿੰਦ ਦਾਸੀ ਬਨ ਸੋਏ। ਤੇ ਜਿਵੇਂ ਅਸੀਂ ਤੁਹਾਡੇ ਨੌਕਰ ਹੈਗੇ ਆ, ਦਾਸ ਹੈਗੇ ਆ ਸੱਚੇ ਪਾਤਸ਼ਾਹ, ਉਵੇਂ ਮੇਰੀ ਧੀ ਹਰ ਗੋਬਿੰਦ ਜੀ ਦੀ ਦਾਸੀ ਬਣ ਕੇ ਰਹੇਗੀ। ਕਿੰਨੇ ਨਿਮਰਤਾ ਵਾਲੇ ਬੋਲ ਬੋਲੇ ਜੀ। ਹਾਂਜੀ, ਲਾਜ ਬਿਨਾ ਮੈਂ ਸਭਾ ਮਝਾਰੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ, ਮੈਂ ਸ਼ਰਮ ਨਹੀਂ ਕੀਤੀ ਗੱਲ ਕਰਨ ਲੱਗਿਆ, ਸੰਗਿਆ ਨਹੀਂ ਆ, ਪਰ ਮੈਂ ਗੱਲ ਬੜੀ ਵੱਡੀ ਕੀਤੀ ਹੈ। ਕਿਉਂ? ਕਿੱਥੇ ਮਹਾਰਾਜ ਤੁਸੀਂ ਤੇ ਸੱਚੇ ਪਾਤਸ਼ਾਹ, ਕਿੱਥੇ ਅਸੀਂ? ਮਹਾਰਾਜ ਮੇਲ ਹੀ ਕੋਈ ਨਹੀਂ ਹੈਗਾ ਸਾਡਾ। ਹਾਂਜੀ, ਬਿਨਤੀ ਸ਼ਰਧਾ ਸਹਿਤ ਉਚਾਰੀ। ਮਹਾਰਾਜ ਮੈਂ ਸੰਗਿਆ ਤੇ ਨਹੀਂ ਹੈਗਾ, ਪਰ ਮੈਂ ਬੇਨਤੀ ਤੁਹਾਨੂੰ ਸ਼ਰਧਾ ਦੇ ਨਾਲ ਕੀਤੀ ਹੈ। ਹਾਂਜੀ, ਰਾਖੋ ਲਾਜ ਮੋਹਿ ਪ੍ਰਵਾਸਾ। ਹੁਣ ਸੱਚੇ ਪਾਤਸ਼ਾਹ ਮੇਰੀ ਲਾਜ ਰੱਖ ਲਿਓ। ਗੁਰੂ ਅਰਜਨ ਦੇਵ ਜੀ ਉਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਨ ਦੀ, ਔਰ ਨਾਲੇ ਖੁਸ਼ ਹੋਣ ਸੱਚੇ ਪਾਤਸ਼ਾਹ। ਹਾਂਜੀ, ਜਾਂ ਤੇ ਕਹੀ ਆਪਣੀ ਆਸਾ। ਸੱਚੇ ਪਾਤਸ਼ਾਹ ਮਹਾਰਾਜ, ਹੁਣ ਮੇਰੀ ਇੱਜ਼ਤ ਤੁਹਾਡੇ ਹੱਥ 'ਚ ਹੈਗੀ ਆ, ਮੈਂ ਜੋ ਕਹਿਣਾ ਸੀ ਕਹਿ ਦਿੱਤਾ ਸਤਿਗੁਰੂ ਜੀ। ਹਾਂਜੀ, ਸ਼੍ਰੀ ਅਰਜਨ ਸੁਨ ਭਏ ਪ੍ਰਸੰਨ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਭਾਈ ਨਰੈਣ ਦਾਸ ਜੀ ਨੇ ਨਿਮਰਤਾ ਵਾਲੀਆਂ ਗੱਲਾਂ ਜਦੋਂ ਕੀਤੀਆਂ ਨਾ, ਗੁਰੂ ਅਰਜਨ ਸਾਹਿਬ ਖੁਸ਼ ਹੋ ਗਏ ਜੀ। ਹਾਂਜੀ, ਭਲੇ ਸਮੇਂ ਬੋਲਿਓ ਸਿੱਖ ਧੰਨ। ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ, ਸਿੱਖਾ ਤੂੰ ਧੰਨ ਹੈ ਕਹਿਣ ਲੱਗੇ, ਬੜੇ ਵਧੀਆ ਸਮੇਂ ਗੱਲ ਕੀਤੀ ਆ। ਸੰਗਤ ਜੀ ਇਹ ਵੀ ਗੱਲ 'ਚ ਮੌਕਾ ਵੇਖ ਕੇ, ਸਮਾਂ ਵੇਖ ਕੇ ਜਦੋਂ ਗੱਲ ਕਰੀਏ ਤੇ ਵਿਅਰਥ ਨਹੀਂ ਜਾਂਦੀ ਜੀ। ਸਮਾਂ ਨਾ ਹੋਵੇ ਤਾਂ ਐਵੇਂ ਹੀ ਬੰਦਾ ਗੱਲ ਕਰੀ ਜਾਵੇ, ਫਾਇਦਾ ਹੀ ਕੋਈ ਨਹੀਂ ਹੈਗਾ ਜੀ। ਹਾਂਜੀ, ਉਤਸਵ ਕੋ ਸਮਾਜ ਬਰ ਜੁਰਿਓ। ਮਹਾਰਾਜ ਕਹਿਣ ਲੱਗੇ ਵੀ ਸੰਗਤਾਂ ਉਤਸਵ ਵਾਸਤੇ ਜੁੜੀਆਂ ਸੀ, ਸਗਨ ਵਾਸਤੇ ਜੁੜੀਆਂ ਸੀ। ਹਾਂਜੀ, ਸੋ ਤੈ ਨਾਹੇ ਨਾ ਥਿਰਤਾ ਕਰਿਓ। ਤੇ ਮਹਾਰਾਜ ਕਹਿਣ ਲੱਗੇ, ਸੋ ਤੈ ਨਾਹੇ ਨਾ ਬਿਰਥਾ ਕਰਿਓ। ਤੁਹਾਡੀ ਇਸ ਗੱਲ ਕਰਨ ਦੇ ਨਾਲ ਖੁਸ਼ੀ ਜਿਹੜੀ ਉਹ ਵਿਅਰਥ ਨਹੀਂ ਹੋਈ। ਮਹਾਰਾਜ ਕਹਿਣ ਲੱਗੇ, ਇਧਰੋਂ ਨਾ ਹੋਈ ਜੀ, ਉਧਰੋਂ ਰਿਸ਼ਤਾ ਆ ਗਿਆ ਜੀ। ਇੱਥੇ ਕਮੀ ਥੋੜੀ ਹੈਗੀ ਜੀ, ਘਰ ਤਾਂ ਤੇਰਾ। ਹਾਂਜੀ, ਮੰਗਲ ਨੌਕਾ ਜਿਉਂ ਵਿੱਚ ਧਾਰ। ਹਾਂਜੀ, ਡੂਬਤ ਹੁਤੀ ਲਗਾਈ ਪਾਰ। ਮਹਾਰਾਜ ਕਹਿਣ ਲੱਗੇ, ਜਿਵੇਂ ਕੋਈ ਬੇੜੀ ਡੁੱਬ ਜਾਵੇ, ਡੁੱਬਣ ਲੱਗੀ ਹੋਵੇ, ਉਹਨੂੰ ਕੋਈ ਬਚਾ ਲਵੇ, ਤੁਸੀਂ ਉਹ ਕੰਮ ਕੀਤਾ। ਕਹਿਣ ਲੱਗੇ, ਖੁਸ਼ੀਆਂ ਮੁੱਕ ਚੱਲੀਆਂ ਸੀਗੀਆਂ, ਤੁਹਾਡੀ ਇਸ ਗੱਲ ਨੇ ਮੁੜ ਖੁਸ਼ੀ ਬਣਾ ਦਿੱਤੀ। ਕਹਿਣ ਲੱਗੇ,
ਹਾਂਜੀ। ਮਹਿਮਾ ਗੁਰ ਸਿੱਖਨ ਕੀ ਮਹਾ। ਆਖੋ ਵਾਹਿਗੁਰੂ ਵਾਹਿਗੁਰੂ। ਤੁਸੀਂ ਵੀ ਗੁਰਸਿੱਖ ਬੈਠੇ ਜੇ, ਮੇਰਾ ਜੀ ਕਰਦਾ ਤੁਹਾਡੇ ਚਰਨਾਂ 'ਚ ਵੀ ਸਿਰ ਰੱਖਾਂ ਜੀ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਮਹਾਰਾਜ ਕਹਿੰਦੇ ਗੁਰਸਿੱਖਾਂ ਦੀ ਮਹਿਮਾ ਹੀ ਬੜੀ ਵੱਡੀ, ਕਹਿਣ ਲੱਗੇ ਗੁਰੂ ਦੇ ਸਿੱਖਾਂ ਦੀ ਮਹਿਮਾ ਹੀ ਬੜੀ ਵੱਡੀ ਹੈ। ਗੁਰੂ ਦਾ ਸਿੱਖ ਕੌਣ? ਜਿਹਦੇ ਅੰਦਰ ਪ੍ਰੇਮ ਹੈਗਾ ਜੀ। ਹਾਂਜੀ। ਕੋ ਸਮਤਾ ਕਰ ਸਕੈ ਨਾ ਤਹਾਂ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਕੋਈ ਸਿੱਖਾਂ ਦੀ ਵੀ ਬਰਾਬਰੀ ਕਰ ਸਕਦਾ, ਕਹਿਣ ਲੱਗੇ ਗੁਰੂ ਦੇ ਪਿਆਰਿਆਂ ਦੀ ਵੀ ਕੋਈ ਬਰਾਬਰੀ ਕਰ ਸਕਦਾ, ਕਹਿਣ ਲੱਗੇ। ਹਾਂਜੀ। ਸਤਿਗੁਰ ਕੋ ਸਿੱਖਨ ਸੋ ਮੇਲਾ। ਇਸ ਕਰਕੇ ਗੁਰੂ ਜੀ ਦਾ ਤੇ ਆਪਣੇ ਪਿਆਰਿਆਂ ਨਾਲ ਹੀ ਮੇਲ ਹੈਗਾ। ਵੇਖੋ ਨਾ ਜੀ, ਅਸੀਂ ਕੋਈ ਬੰਦੇ ਨਾਲ ਸਾਡਾ ਸੁਭਾਅ ਨਾ ਰਲਦਾ ਹੋਵੇ, ਸਾਡਾ ਨਹੀਂ ਮੇਲ ਫਿੱਟ ਬੈਠਦਾ ਜੀ। ਹਾਂਜੀ। ਸਕਲ ਥਾਨ ਮੈਂ ਹੋਤ ਸੁਹੇਲਾ। ਮਹਾਰਾਜ ਕਹਿਣ ਲੱਗੇ ਇੱਥੇ ਵੀ ਸੁਖਦਾਈ ਤੇ ਅੱਗੇ ਵੀ ਸੁਖਦਾਈ ਮੇਲਾ, ਸਿੱਖਾਂ ਦਾ ਮੇਲਾ, ਪਿਆਰਿਆਂ ਦਾ ਮੇਲਾ। ਹਾਂਜੀ। ਹੰਕਾਰੀ ਮਨਮੁਖ ਨਰ ਜੋਏ। ਸਤਿਗੁਰ ਸੰਗ ਮੇਲ ਨਹਿ ਹੋਏ। ਮਹਾਰਾਜ ਕਹਿਣ ਲੱਗੇ ਨਾਰਾਇਣ ਦਾਸ ਤੁਸੀਂ ਨਿਮਰਤਾ ਵਾਲੀਆਂ ਗੱਲਾਂ ਕੀਤੀਆਂ, ਨਿਮਰਤਾ ਵਾਲਿਆਂ ਨਾਲ ਹੀ ਸਾਡਾ ਮੇਲ, ਹੰਕਾਰੀਆਂ ਨਾਲ ਨਹੀਂ ਹੈਗਾ। ਜੇਕਰ ਮਿਲਹਿ ਉਠੈ ਉਤਪਾਤ। ਜੇ ਕਿਤੇ ਹੰਕਾਰੀਆਂ ਨਾਲ ਮੇਲ ਹੋ ਵੀ ਜਾਵੇ ਤੇ ਮੁੜ ਲੜਾਈ ਹੁੰਦੀ ਹੈ ਜੀ। ਹਾਂਜੀ। ਜਿਉ ਰਵ ਰਾਹੋ ਗਗਨ ਮਿਲ ਜਾਤ। ਹਾਂਜੀ। ਜਿਵੇਂ ਆਕਾਸ਼ ਵਿੱਚ ਸੂਰਜ ਤੇ ਰਾਹੂ ਕਹਿੰਦੇ ਇਕੱਠੇ ਹੋ ਜਾਣ ਤੇ ਗ੍ਰਹਿਣ ਲੱਗ ਜਾਂਦਾ, ਉਹੀ ਕੰਮ ਹੋ ਜਾਂਦਾ, ਕਹਿਣ ਲੱਗੇ। ਹਾਂਜੀ। ਜਾਂ ਤੇ ਸ਼੍ਰੀ ਨਾਨਕ ਸੁਖਦਾਈ। ਸਿੱਖਨ ਸੋ ਹਮ ਬਣਤ ਬਨਾਈ। ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਦੇ ਸਿੱਖ ਬੜੇ ਹੀ ਮਹਾਨ ਨੇ, ਸਾਨੂੰ ਤੇ ਉਹਨਾਂ ਨਾਲ ਹੀ ਬਣ ਆਉਂਦਾ ਹੈ। ਹਾਂਜੀ। ਦੈਵਗ ਸੋ ਸ਼੍ਰੀ ਅਰਜਨ ਭਾਖਾ। ਪੂਰਨ ਕਰੋ ਸਬਨ ਅਭਿਲਾਖਾ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਸੇ ਸਮੇਂ ਬਚਨ ਕੀਤਾ। ਮਹਾਰਾਜ ਕਹਿਣ ਲੱਗੇ ਸਾਨੂੰ ਰਿਸ਼ਤਾ ਮਨਜ਼ੂਰ ਹੈ, ਕਹਿਣ ਲੱਗੇ ਉਸੇ ਵੇਲੇ ਗੱਲ ਪੂਰੀ ਹੋ ਗਈ ਜੀ। ਹਾਂਜੀ। ਇਹ ਨਾਤਾ ਲੀਜੈ ਹਿਤ ਸਾਥ। ਦੇਹੋ ਟੀਕਾ ਹਰ ਗੋਬਿੰਦ ਮਾਥ। ਉਦੋਂ ਟਿੱਕਾ ਲਾਉਂਦੇ ਸੀਗੇ ਜੀ, ਸਗਾਈ ਸਮੇਂ ਵੀ। ਮਹਾਰਾਜ ਕਹਿਣ ਲੱਗੇ ਲਾਓ ਟਿੱਕਾ ਤੇ ਪਾਓ ਸਗਨ, ਕਹਿਣ ਲੱਗੇ ਹੋ ਗਿਆ ਰਿਸ਼ਤਾ, ਕਹਿਣ ਲੱਗੇ ਹੋ ਗਿਆ ਰਿਸ਼ਤਾ। ਹਾਂਜੀ। ਚਾਹਿਆ ਸਮਗਰੀ ਜੋ ਸੁਖਦਾਈ। ਤੁਰੰਤ ਨਾਰਾਇਣ ਦਾਸ ਮੰਗਾਈ। ਉਸੇ ਵੇਲੇ ਹੀ ਨਾਰਾਇਣ ਦਾਸ ਜੀ ਸਗਨ ਦਾ ਥਾਲ ਲੈ ਕੇ ਆਏ ਜੀ, ਉਸੇ ਸਮੇਂ। ਕਮਾਲ ਦੀ ਗੱਲ ਹੈ, ਸੰਗਤ 'ਚ ਬੈਠੇ ਸੀ, ਕੋਈ ਚੇਤਾ ਨਹੀਂ ਸੀਗਾ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਜਵਾਈ ਭਾਈ ਬਣਨਾ, ਇੱਕਦਮ ਹੀ ਗੱਲ ਬਣ ਗਈ ਜੀ। ਹਾਂਜੀ। ਇੱਕ ਤਾਂ ਹੁੰਦਾ ਨਾ ਲਾਟਰੀ ਨਿਕਲ ਆਉਣੀ, ਇਹ ਤੇ ਲਾਟਰੀਆਂ ਤੋਂ ਵੀ ਵੱਡੀ ਲਾਟਰੀ ਹੈ ਜੀ। ਕੋਈ ਚੇਤਾ ਹੀ ਨਹੀਂ ਸੀਗਾ ਜੀ, ਇੱਕਦਮ ਹੀ ਗੱਲ ਬਣ ਗਈ ਜੀ। ਨਾਰਾਇਣ ਦਾਸ ਜੀ ਭੱਜ ਕੇ ਥਾਲ ਲੈ ਕੇ ਆਏ ਜੀ ਸਗਨ ਦਾ। ਹਾਂਜੀ। ਪਾਈ ਹਰ ਗੋਬਿੰਦ ਕੀ ਝੋਰੀ। ਨਾਰਾਇਣ ਦਾਸ ਜੀ ਸੰਗਣ ਵੀ ਮੈਂ ਇੱਕ ਗਰੀਬ ਜਿਹਾ ਸਿੱਖ, ਇਹ ਏਡੇ ਵੱਡੇ ਪਾਤਸ਼ਾਹ, ਪਰ ਮਰਜ਼ਾਦਾ ਕੀਤੀ। ਹਰਗੋਬਿੰਦ ਸਾਹਿਬ ਜੀ ਦੀ ਝੋਲੀ 'ਚੋਂ ਥਾਲ ਰੱਖਿਆ ਤੇ ਸਗਨ ਪਾਇਆ ਜੀ। ਵਧਾਈ ਹੋਵੇ ਤੁਹਾਨੂੰ ਸਾਰਿਆਂ ਨੂੰ ਜੀ। ਹਾਂਜੀ। ਉਸੇ ਵੇਲੇ ਹੀ ਕਾਰਜ ਹੋ ਗਿਆ ਜੀ। ਹਾਂਜੀ। ਭਈ ਸਬਨ ਕੀ ਖੁਸ਼ੀ ਨਾ ਥੋਰੀ। ਸਾਰੀ ਸੰਗਤ ਖੁਸ਼ ਹੋ ਗਈ ਮੁੜ ਜੀ। ਹਾਂਜੀ। ਵਾਹ ਜੀ ਵਾਹ, ਸਗਾਈ ਹੋ ਗਈ, ਰਿਸ਼ਤਾ ਹੋ ਗਿਆ, ਰਿਸ਼ਤਾ ਹੋ ਗਿਆ। ਇੰਨੀ ਸੰਗਤ ਆਈ, ਬਾਬਾ ਬੁੱਢਾ ਜੀ, ਭਾਈ ਸਾਲੋ ਜੀ, ਬਾਬਾ ਮਹਾਦੇਵ ਜੀ, ਸਾਰੇ ਹੀ ਖੁਸ਼ ਹੋ ਗਏ ਜੀ। ਹਾਂਜੀ। ਕਰਿਓ ਨਿਕਾਸਨ ਮਸਤਕ ਟੀਕਾ। ਅਛਤ ਸਹਿਤ ਬਿਰਾਜਤ ਨੀਕਾ। ਰੱਜ ਕੇ ਆਖੋ। ਤੇ ਸਾਧ ਸੰਗਤ ਜੀ ਉਸੇ ਵੇਲੇ ਹੀ ਉਹ ਸਾਰੇ ਸਗਨ ਦੀ ਮਰਜ਼ਾਦਾ ਕੀਤੀ। ਨਾਰਾਇਣ ਦਾਸ ਜੀ ਦੇ ਨੇਤਰਾਂ 'ਚ ਹੰਝੂ ਆ ਗਏ। ਮੈਂ ਗਰੀਬ ਜਿਹਾ ਬੰਦਾ ਘਰੋਂ ਸੋਚ ਕੇ ਨਹੀਂ ਸੀ ਆਇਆ, ਸੋਚ ਕੇ ਨਹੀਂ ਸੀ ਆਇਆ, ਇਹ ਕੀ ਬਣ ਗਿਆ ਜੀ, ਇੰਨੀ ਵੱਡੀ ਗੱਲ ਜੀ। ਵੇਖੋ ਨਾ ਜੀ, ਕਿੱਥੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਬਾਬਾ ਨਾਰਾਇਣ ਦਾਸ ਜੀ ਆਏ ਤੇ ਸਿੱਖ ਬਣ ਗਏ ਹੀ, ਪਰ ਕੁੜਮ ਬਣ ਗਏ ਜੀ, ਪਤਾ ਹੀ ਨਹੀਂ ਲੱਗਾ ਜੀ। ਹਾਂਜੀ। ਧੰਨ ਧੰਨ ਸਭ ਸਭਾ ਬਖਾਨਾ। ਨਾਰਾਇਣ ਦਾਸ ਜੀ ਨੂੰ ਸਾਰੀ ਸੰਗਤ ਕਹਿਣ ਲੱਗੇ ਤੁਸੀਂ ਧੰਨ ਹੋ, ਕਹਿਣ ਲੱਗੇ ਧੰਨ ਹੋ, ਐਡੀ ਵੱਡੀ ਕਿਰਪਾ ਹੋ ਗਈ।
ਹਾਂਜੀ। ਦਾਸ ਨਾਰਾਇਣ ਬਹੁ ਸਨਮਾਨਾ। ਤੇ ਸੰਗਤਾਂ ਨੇ ਨਾਰਾਇਣ ਦਾਸ ਜੀ ਦਾ ਬੜਾ ਸਨਮਾਨ ਕੀਤਾ, ਬੜੀ ਇੱਜ਼ਤ ਕੀਤੀ ਵੀ ਇਹ ਹੁਣ ਅੱਜ ਤੋਂ ਗੁਰੂ ਘਰ ਦੇ ਸਮਧੀ ਬਣ ਗਏ ਹੈ। ਅਸਲ 'ਚ ਉਹ ਗੁਰੂ ਅਮਰਦਾਸ ਜੀ ਦਾ ਬਚਨ ਸੰਗਤ ਜੀ ਪੂਰਾ ਹੋਣਾ ਸੀਗਾ ਜੀ। ਵੇਖ ਲਓ ਉਦੋਂ ਕੋਈ ਵੀ ਗੱਲ ਨਹੀਂ ਸੀਗੀ ਜੀ। ਹਾਂਜੀ, ਪਤਾ ਨਹੀਂ ਚੰਦੂ ਦਾ ਜਨਮ ਹੋਇਆ ਸੀ ਕਿ ਨਹੀਂ ਸੀ ਹੋਇਆ, ਉਦੋਂ ਹੀ ਮਹਾਰਾਜ ਨੇ ਬਚਨ ਕਰਤਾ ਸੀ ਭਾਈ ਪਾਰੋ ਨਾਲ ਵੀ ਤੇਰੇ ਘਰ ਨਾਲ ਸਾਡੇ ਘਰ ਦਾ ਰਿਸ਼ਤਾ ਬਣੇਗਾ, ਕਹਿਣ ਲੱਗੇ। ਹਾਂਜੀ। ਹਰੀ ਚੰਦ ਇੱਕ ਖੱਤਰੀ ਔਰ। ਉੱਥੇ ਸੰਗਤ ਵਿੱਚ ਨਾ ਜੀ ਇੱਕ ਹੋਰ ਸਿੱਖ ਬੈਠਾ ਸੀਗਾ ਜੀ, ਉਹਦਾ ਨਾਮ ਸੀ ਭਾਈ ਹਰੀ ਚੰਦ। ਹਾਂਜੀ। ਲੰਮ ਗੋਤ ਬੈਠਿਓ ਤਿਸ ਠੌਰ। ਲੰਮ ਗੋਤ ਦਾ ਖੱਤਰੀ ਸੀ, ਉਹ ਵੀ ਸੰਗਤ ਦੇ ਵਿੱਚ ਹੀ ਬੈਠੇ ਸਨ ਜੀ। ਹਾਂਜੀ। ਤੇਹ ਬਿਲੋਕ ਤਿਨ ਹਿਰਦੈ ਵਿਚਾਰਾ। ਗੱਜ ਕੇ ਆਖੋ। ਜਦੋਂ ਉਹਨਾਂ ਵੇਖਿਆ ਵੀ ਮਹਾਰਾਜ ਨੇ ਨਾਰਾਇਣ ਦਾਸ ਜੀ ਦੀ ਗੱਲ ਮੰਨ ਲਈ ਹੈ, ਉਹਨਾਂ ਦੇ ਮਨ 'ਚ ਵੀ ਚਾਅ ਪੈਦਾ ਹੋ ਗਿਆ। ਹਾਂਜੀ। ਇਸ ਤੇ ਆਛੀ ਅਪਰਨਾਕਾਰਾ। ਇਹਦੇ ਤੋਂ ਵਧੀਆ ਹੋਰ ਕੰਮ ਕੀ ਹੋ ਸਕਦਾ? ਹਾਂਜੀ। ਮਮ ਘਰ ਸੁਤਾ ਸੋ ਅਰਪਨ ਕਰੋ। ਮੇਰੇ ਘਰ ਵੀ ਧੀ ਹੈ, ਮੈਂ ਉਹ ਵੀ ਧੀ ਭੇਟਾ ਕਰ ਦਿਆਂ ਜੀ। ਹਾਂਜੀ। ਇਸੀ ਸਮੇਂ ਮਹਿ ਉਚਿਤ ਨਾ ਟਰੋ। ਇਹੋ ਹੀ ਸਮਾਂ ਉਚਿਤ ਹੈ, ਮਹਾਰਾਜ ਨੇ ਹੁਣ ਨਾ ਨਹੀਂ ਕਰਨੀ, ਮੈਂ ਵੀ ਸਗਨ ਪਾ ਦਿਆਂ। ਹਾਂਜੀ। ਖਰੇ ਹੋਏ ਸੋ ਬਿਨਤੀ ਕਹੈ। ਹਰੀ ਚੰਦ ਜੀ ਖਲੋ ਕੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਨ ਲੱਗੇ। ਦ્વੈ ਸੰਮਤ ਕੀ ਦੁਹਤਾ ਹੈ। ਸੱਚੇ ਪਾਤਸ਼ਾਹ ਮੇਰੀ ਧੀ 2 ਸਾਲਾਂ ਦੀ ਹੈ। ਤੁਸੀਂ ਕਹੋਗੇ ਵੀ ਏਡੀ ਛੋਟੀ ਧੀ ਦਾ ਰਿਸ਼ਤਾ, ਪਰ ਉਦੋਂ ਹੋ ਜਾਂਦਾ ਸੀਗਾ ਜੀ। ਉਦੋਂ ਤੇ ਸੰਗਤ ਜੀ ਜੰਮਦੀਆਂ ਧੀਆਂ ਦੇ ਰਿਸ਼ਤੇ ਹੋ ਜਾਂਦੇ ਸਨ। ਕਿਸੇ ਘਰ ਪੁੱਤ ਜੰਮਿਆ, ਕਿਸੇ ਘਰ ਧੀ, ਉਹ ਕਹਿੰਦੇ ਚਲੋ ਫਿਰ ਸਾਡੀ ਰਿਸ਼ਤੇਦਾਰੀ ਜੀ। ਉਹ ਸਮੇਂ ਪੁਰਾਤਨ ਸਨ ਜੀ। ਵਿਆਹ ਲੇਟ ਕਰ ਲੈਂਦੇ ਸਨ, ਪਰ ਮੰਗ ਪਹਿਲਾਂ ਦਿੰਦੇ ਸੀਗੇ ਜੀ। ਹਾਂਜੀ। ਸੋ ਮੈਂ ਚਾਹਾਂ ਦਿਓ ਤੁਮ ਪਾਸੀ। ਹਾਂਜੀ। ਹਰ ਗੋਬਿੰਦ ਕੀ ਬਨ ਹੈ ਦਾਸੀ। ਸੱਚੇ ਪਾਤਸ਼ਾਹ ਭਾਈ ਹਰੀ ਚੰਦ ਜੀ ਖਲੋ ਕੇ ਕਹਿੰਦੇ, ਮਹਾਰਾਜ ਮੇਰੀ ਧੀ ਵੀ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੈ। ਮੇਰੀ ਇੱਛਾ ਤੁਹਾਡੇ ਘਰ ਦੀ ਨਹੁੰ ਬਣੇ, ਹਰ ਗੋਬਿੰਦ ਜੀ ਦੀ ਦਾਸੀ ਬਣ ਕੇ ਰਵੇ ਮਹਾਰਾਜ। ਹਾਂਜੀ। ਆਪ ਅਨਾਥਨ ਕੇ ਹੋ ਨਾਥ। ਸੱਚੇ ਪਾਤਸ਼ਾਹ ਤੁਸੀਂ ਗਰੀਬਾਂ ਦੇ ਮਾਣ 'ਚ, ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦੇ ਤੁਸੀਂ ਹੋ ਸੱਚੇ ਪਾਤਸ਼ਾਹ। ਜਾਂ ਤੇ ਕਹੋ ਜੋਰ ਜੁਗ ਹਾਥ। ਇਸ ਕਰਕੇ ਮੈਂ ਤੁਹਾਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੇਰੀ ਬੇਨਤੀ ਪ੍ਰਵਾਨ ਕਰ ਲਓ। ਹਾਂਜੀ। ਕੀਜਹਿ ਅੰਗੀਕਾਰ ਸਗਾਈ। ਹਾਂਜੀ। ਮਮ ਬਚਕ ਕਰਮ ਤੇ ਮੈਂ ਸ਼ਰਨਾਈ। ਮਹਾਰਾਜ ਮੇਰੇ ਵੱਲੋਂ ਵੀ ਬੇਨਤੀ ਪ੍ਰਵਾਨ ਕਰ ਲਓ, ਮੈਂ ਵੀ ਮਨ ਕਰਕੇ ਬਚਨਾ ਕਰਕੇ ਕਰਮਾਂ ਕਰਕੇ ਤੁਹਾਡਾ ਸਿੱਖ ਹਾਂ ਸੱਚੇ ਪਾਤਸ਼ਾਹ। ਸ਼੍ਰੀ ਅਰਜਨ ਸੁਨ ਕੈ ਸਿੱਖ ਬਿਨਤੀ। ਭਏ ਪ੍ਰੇਮ ਵਸ ਤਜ ਸਭ ਗਿਨਤੀ। ਸੱਚੇ ਪਾਤਸ਼ਾਹ ਜੀ ਨੇ ਜਦੋਂ ਬੇਨਤੀ ਸੁਣੀ ਨਾ ਜੀ, ਬਾਬਾ ਹਰੀ ਚੰਦ ਜੀ ਦਾ ਪ੍ਰੇਮ ਵੇਖਿਆ, ਉੱਤੋਂ ਨਹੀਂ ਕਹਿੰਦੇ ਪ੍ਰੇਮ ਨਾਲ ਕਹਿ ਰਹੇ ਜੀ, ਤੇ ਮਹਾਰਾਜ ਪ੍ਰੇਮ ਦੇ ਵਸ ਹੋ ਗਏ। ਭਨਿਓ ਬਾਕ ਇਹ ਪੀ ਲੈ ਲੈ ਹੋ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਕੋਈ ਨਹੀਂ ਆ ਵੀ ਰਿਸ਼ਤਾ ਲੈ ਲੈਨੇ ਆ, ਕਹਿਣ ਲੱਗੇ। ਇੱਕ ਟੁੱਟਿਆ 2 ਹੋ ਗਏ ਜੀ, ਉੱਥੇ ਜੀ, ਉੱਥੇ ਹੀ 2 ਹੋ ਗਏ ਜੀ। ਹਾਂਜੀ। ਆਸਾ ਸਿੱਖਨ ਕੀ ਪੂਰੇ ਹੋ। ਮਹਾਰਾਜ ਕਹਿਣ ਲੱਗੇ, ਜੇ ਸਿੱਖਾਂ ਦੀ ਅਸੀਂ ਨਹੀਂ ਆਸ ਪੂਰੀ ਕਰਨੀ ਤੇ ਕਿੰਨੇ ਕਰਨੀ ਹੈ? ਸਿੱਖਾਂ ਦੀ ਆਸ ਪੂਰੀ ਕਰਨੀ ਸਾਡਾ ਧਰਮ ਹੈ, ਕਹਿਣ ਲੱਗੇ। ਹਾਂਜੀ। ਲੈਣਾ ਦੇਣਾ ਸਾਥ ਹਮਾਰੇ। ਸਿੱਖਾਂ ਦਾ ਲੈਣਾ ਦੇਣਾ ਸਾਡੇ ਨਾਲ ਹੀ ਆ। ਸੰਤਨ ਸਿਓ ਮੇਰੀ ਲੇਵਾ ਦੇਵੀ। ਹਾਂਜੀ। ਗੁਰ ਸਿੱਖਨ ਕੀ ਸਾਂਝ ਉਦਾਰੇ। ਮਹਾਰਾਜ ਕਹਿਣ ਲੱਗੇ ਗੁਰਸਿੱਖਾਂ ਦੀ ਤੇ ਸਾਂਝ ਹੀ ਉੱਤਮ ਹੈਗੀ ਹੈ। ਹਾਂਜੀ। ਹਰੀ ਚੰਦ ਤਬ ਹੋਏ ਨਜੀਕਾ। ਬਾਬਾ ਹਰੀ ਚੰਦ ਜੀ ਵੀ ਮਹਾਰਾਜ ਦੇ ਨੇੜੇ ਹੋਏ ਸੱਚੇ ਪਾਤਸ਼ਾਹ ਜੀ ਦੇ। ਦਿਓ ਸਗਨ ਅਰ ਕਾਢਿਓ ਟੀਕਾ। ਤੇ ਉਹਨਾਂ ਨੇ ਵੀ ਸਗਨ ਝੋਲੀ 'ਚ ਪਾ ਕੇ ਟਿੱਕਾ ਲਾ ਦਿੱਤਾ ਜੀ। ਗੱਜ ਕੇ ਆਖੋ। ਇੱਕ ਟੁੱਟਿਆ 2 ਟਿੱਕੇ ਲੱਗ ਗਏ ਜੀ। 2 ਰਿਸ਼ਤੇ ਹੋ ਗਏ ਜੀ। ਹਾਂਜੀ। ਦੋਵਾਂ ਦੀਆਂ ਬੱਚੀਆਂ ਕੋਈ ਛੋਟੇ ਭਾਗਾਂ ਵਾਲੀਆਂ ਨਹੀਂ ਹਨ। ਇਹਨਾਂ ਦੀ ਕੋਈ ਪੂਰਬਲੀ ਕਮਾਈ, ਕਈ ਜਨਮਾਂ ਦੀ ਕਮਾਈ ਅੱਗੇ ਆਈ ਹੈ। ਇਹਨਾਂ ਦਾ ਸੰਬੰਧ, ਇਹਨਾਂ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੁੜਨ ਲੱਗਾ ਹੈ ਜੀ। ਹਾਂਜੀ। ਲੋਕ ਹਜ਼ਾरों ਅਦਭੁਤ ਹੇਰੇ। ਹਜ਼ਾਰਾਂ ਲੋਕ ਆਏ ਸਨ। ਬਾਬਾ ਬੁੱਢਾ ਜੀ ਜੈਸੇ ਗੁਰਸਿੱਖ ਬ੍ਰਹਮ ਗਿਆਨੀ ਬੈਠੇ ਸਨ, ਸਾਰੇ ਹੀ ਹੈਰਾਨ ਹੋ ਗਏ ਜੀ। ਹਾਂਜੀ। ਸਭ ਤੇ ਉਗਮਿਓ ਆਨੰਦ ਬਡੇਰੇ। ਉਹ ਜਦੋਂ ਸੰਗਤਾਂ ਨੇ ਸਾਰਿਆਂ ਨੇ ਦੇਖਿਆ ਸੁਣਿਆ,
ਸਭਨਾਂ ਦੇ ਮਨ 'ਚ ਆਨੰਦ ਹੀ ਬਣ ਗਿਆ ਜੀ, ਵੀ ਕਮਾਲ ਹੋ ਗਈ ਜੀ, ਇੱਕ ਟੁੱਟਾ ਦੋ ਆ ਗਏ ਆ। ਹਾਂਜੀ, ਕਹੈ ਪਰਸਪਰ ਚੌਂਪ ਵਧਾਈ। ਸਾਰੇ ਇੱਕ ਦੂਜੇ ਨੂੰ ਕੀ ਕਹਿ ਰਹੇ ਨੇ? ਵਧਾਈ ਹੋਵੇ। ਤੁਸੀਂ ਵੀ ਆਖੋ ਵਧਾਈ। ਹੱਦ ਹੋ ਗਈ ਜੀ, ਵਧਾਈ ਵਾਲਾ ਕਹਿਣਾ ਸ਼ਬਦ ਹੋਵੇ ਤਾਂ ਐਡਾ ਢਿੱਲਾਪਨ ਜੀ। ਗੱਜ ਕੇ ਆਖੋ ਸਾਰੇ ਇੱਕ ਦੂਜੇ ਨੂੰ ਵਧਾਈ ਦੇ ਰਹੇ, ਭਾਈ ਵਧਾਈ ਹੋਵੇ। ਹਾਂਜੀ, ਇੱਕ ਤਿਆਗੇ ਭਈ ਦੋਏ ਸਗਾਈ। ਇੱਕ ਛੱਡੀ ਦੋ ਹੋ ਗਈਆਂ ਸਗਾਈਆਂ ਜੀ। ਹਾਂਜੀ, ਸਤਿਗੁਰ ਕੇ ਘਰ ਕਮੀ ਨਾ ਕੋਈ। ਭਾਈ ਗੁਰੂ ਘਰ 'ਚ ਤੇ ਕਮੀ ਨਹੀਂ ਕਿਸੇ ਗੱਲ ਦੀ ਹੈਗੀ। ਹਾਂਜੀ, ਕਿਆ ਚੰਦੂ ਤੇ ਧਨੀ ਸੋ ਹੋਈ। ਚੰਦੂ ਵਰਗੇ ਧਨੀ ਹਜ਼ਾਰਾਂ ਹੀ ਹੋਣ ਪਰ ਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ। ਹਾਂਜੀ, ਲੈਨੋ ਦੇਨ ਹਜ਼ਾਰਨ ਕੇਰਾ। ਹਾਂਜੀ। ਸਭ ਤੇ ਸਤਿਗੁਰ ਸਦਨ ਉਚੇਰਾ। ਭਾਈ ਲੈਣਾ ਦੇਣਾ ਹਜ਼ਾਰਾਂ ਲੋਕਾਂ ਨਾਲ ਹੋਵੇ ਚੰਦੂ ਵਰਗਿਆਂ ਦਾ, ਪਰ ਗੁਰੂ ਘਰ ਤਾਂ ਸਭ ਤੋਂ ਉੱਚਾ ਹੈ। ਹਾਂਜੀ, ਜੇਕਰ ਤਿਸ ਕੇ ਹੋਵਤ ਨਾਤਾ। ਜੇ ਕਿਤੇ ਚੰਦੂ ਮਹਾਰਾਜ ਦਾ ਕੁੜਮ ਬਣ ਜਾਂਦਾ। ਹਾਂਜੀ, ਕਬਹੂ ਉਠਤ ਮਹਿਤ ਉਤਪਾਤਾ। ਕਿਸੇ ਸਮੇਂ ਵੀ ਵੱਡਾ ਝਗੜਾ ਪੈਦਾ ਹੋ ਜਾਣਾ ਸੀ। ਹਾਂਜੀ, ਸ਼ਾਹ ਦੀਵਾਨੀ ਤੇ ਹੰਕਾਰਾ। ਕਿਉਂ? ਉਹਨੂੰ ਪਦਵੀ ਦਾ ਹੰਕਾਰ ਹੈਗਾ। ਸੰਗਤਾਂ ਬਚਨ ਕਰ ਰਹੀਆਂ ਜੀ। ਹਾਂਜੀ, ਬੋਲੇ ਤੇ ਕਬ ਪਰਤ ਬਿਗਾਰਾ। ਗੱਜ ਕੇ ਆਖੋ ਵਾਹਿਗੁਰੂ। ਕਿਸੇ ਵੇਲੇ ਵੀ ਲੜਾਈ ਹੋ ਸਕਦੀ ਹੈ। ਹਾਂਜੀ, ਸਹੈ ਨਾ ਗੁਰੂ ਬਾਕ ਹੰਕਾਰੀ। ਹਾਂਜੀ, ਚੰਦੂ ਰਿਦੇ ਅਸ਼ਰਦਾ ਧਾਰੀ। ਹਾਂਜੀ, ਜਾਂ ਤੇ ਭਲੋ ਭਇਓ ਬਖਿਆਤਾ। ਲੀਓ ਨਾ ਤਿਸ ਤਨੁਜ ਕੋ ਨਾਤਾ। ਤੇ ਹੁਣ ਸੰਗਤ ਜਾ ਰਹੀ ਹੈ ਖੁਸ਼ੀ ਨਾਲ। ਖੂਬ ਲੱਡੂ ਵਰਤੇ ਜੀ, ਵੱਡੇ ਵੱਡੇ ਜਿਹੜੇ ਬਣੇ ਸੀ ਨਾ ਜੀ, ਉਹ ਲੱਡੂ ਵਰਤਾਏ ਗਏ, ਖੁਸ਼ੀਆਂ ਮਨਾਈਆਂ ਗਈਆਂ ਜੀ। ਨਾਰਾਇਣ ਦਾਸ ਜੀ ਨੇ ਘਰ ਜਾ ਕੇ ਆਪਣੀ ਭਾਗਾਂ ਵਾਲੀ ਪਤਨੀ ਨੂੰ ਦੱਸਿਆ, ਭਾਗਾਂ ਵਾਲੀਏ ਤੇਰਾ ਵੀ ਜਨਮ ਸਫਲਾ ਤੇ ਮੇਰਾ ਵੀ ਜਨਮ ਸਫਲਾ। ਉਹਨੇ ਪੁੱਛਿਆ ਗੱਲ ਕੀ ਹੈ? ਤੇ ਦੱਸਿਆ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਾ ਹਰਗੋਬਿੰਦ ਜੀ ਦੀ ਸਗਾਈ ਆਪਣੀ ਧੀ ਨਾਲ ਹੋ ਗਈ ਹੈ। ਘਰ ਵਾਲੀ ਬੀਬੀ ਦੀ ਵੀ ਖੁਸ਼ੀ ਦਾ ਅੰਤ ਨਹੀਂ ਰਿਹਾ ਜੀ, ਵੀ ਐਡਾ ਵੱਡਾ ਘਰ ਤੇ ਸਾਡਾ ਰਿਸ਼ਤਾ ਜੁੜ ਗਿਆ। ਉਹ ਵੀ ਖੁਸ਼। ਹਰੀ ਚੰਦ ਜੀ ਹੋਣਾ ਜਾ ਕੇ ਦੱਸਿਆ ਜੀ। ਤੇ ਨਾਰਾਇਣ ਦਾਸ ਜੀ ਦੀ ਬੱਚੀ ਦਾ ਨਾਮ ਹੈ ਮਾਤਾ ਦਮੋਦਰੀ ਜੀ। ਇਧਰ ਮਾਤਾ ਮਰਵਾਹੀ ਜੀ ਬਾਅਦ ਵਿੱਚ ਜੀ। ਮਾਤਾ ਦਮੋਦਰੀ ਜੀ ਦੀ ਬਹੁਤ ਬੰਦਗੀ ਜੀ, ਬਹੁਤ ਬੰਦਗੀ ਜੀ। ਭਾਈ ਕੀ ਡਰੌਲੀ ਸੰਗਤਾਂ ਗਈਆਂ ਸਨ, ਆਪਾਂ ਸਾਰੇ ਗਏ ਸਾਂ। ਉੱਥੇ ਮਾਤਾ ਦਮੋਦਰੀ ਜੀ ਦਾ ਸਰੂਪ ਤੁਸਾਂ ਵੇਖਿਆ ਨਹੀਂ ਵੇਖਿਆ, ਹੋ ਸਕਦਾ ਕਈਆਂ ਧਿਆਨ ਨਾਲ ਦੇਖਿਆ ਹੋਵੇ ਜੀ। ਬਾਬਾ ਗੁਰਦਿੱਤਾ ਜੀ ਉਹਨਾਂ ਦੀ ਗੋਦ ਵਿੱਚ ਸਨ ਜੀ। ਜੋ ਚਿਹਰੇ ਤੇ ਟਿਕਾਓ ਸੀ ਮਾਤਾ ਦਮੋਦਰੀ ਜੀ ਦੇ, ਉਹ ਆਮ ਇਸਤਰੀ ਦੇ ਨਹੀਂ ਹੁੰਦਾ ਜੀ। ਬਹੁਤ ਚਿਹਰਾ ਟਿਕਿਆ। ਚਿਹਰਾ ਬੰਦਗੀ ਨਾਲ ਟਿਕਦਾ ਸਾਧ ਸੰਗਤ ਜੀ। ਚਿਹਰੇ ਦੀ ਚੰਚਲਤਾ ਦੂਰ ਹੋ ਜਾਂਦੀ ਹੈ, ਟਿਕਾਓ ਬਣਦਾ ਹੈ, ਸ਼ਾਂਤੀ ਬਣਦੀ ਹੈ ਜੀ। ਡਾਕਟਰ ਸਾਹਿਬ ਬੈਠੇ, ਅਸੀਂ ਗਏ ਸਾਂ ਜੀ ਡਰੌਲੀ, ਜਿੱਥੇ ਵਿਆਹ ਹੋਇਆ ਨਾ ਮਹਾਰਾਜ ਦਾ ਜੀ, ਭਾਈ ਕੀ ਡਰੌਲੀ। ਫਿਰ ਤੇ ਜਿੱਥੇ ਆ ਕੇ ਬਰਾਤ ਠਹਿਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ, ਇੱਕ ਦਿਨ ਅਸੀਂ ਉਹ ਸਾਰੇ ਅਸਥਾਨ ਦੇ ਦਰਸ਼ਨ ਕਰਕੇ ਆਏ ਸਾਂ ਜੀ। ਵਾਹਿਗੁਰੂ ਭਾਈ ਕੀ ਡਰੌਲੀ ਨਹੀਂ, ਡੱਲੇ ਪਿੰਡ ਜਿੱਥੇ ਬਰਾਤ ਠਹਿਰੀ ਜੀ। ਸੋ ਸਾਰੇ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਛਾ ਗਈਆਂ ਜੀ। ਹਾਂਜੀ, ਤਤ ਛਿਨ ਜੁਗ ਨਾਤੇ ਹੋਏ ਗਏ। ਹਾਂਜੀ। ਕਹੈ ਪਰਸ ਪਰ ਹਰਖਤ ਭਏ। ਸੰਗਤਾਂ ਖੁਸ਼ ਹੋਣ ਗਏ, ਵੇਖਿਆ ਨਾ, ਉਸੇ ਵੇਲੇ ਦੋ ਰਿਸ਼ਤੇ ਹੋ ਗਏ। ਹਾਂਜੀ, ਜਨ ਗਨ ਰੰਕਨ ਸੁਰ ਤਰ ਲਿਓ। ਹਾਂਜੀ। ਸ਼ੀਨ ਸਬਨ ਤੇ ਪੁਨ ਤਿਨ ਦਿਓ। ਇਹ ਕਹਿਣ ਲੱਗੇ ਮਾਨੋ ਦੇਵਤਿਆਂ ਦੇ ਕੋਲੋਂ ਕਲਪ ਬ੍ਰਿਛ ਖੋ ਕੇ ਕਿਸੇ ਗਰੀਬ ਨੂੰ ਦੇ ਦਿਓ, ਜਿੰਨਾ ਖੁਸ਼ ਹੁੰਦਾ ਉਵੇਂ ਹਰੀ ਚੰਦ ਤੇ ਨਾਰਾਇਣ ਦਾਸ ਖੁਸ਼ ਸਨ ਜੀ। ਹਾਂਜੀ, ਬੋਈ ਕਿਦੋਂ ਆਨੰਦ ਕੀ ਬਾਰੀ। ਹਾਂਜੀ। ਸੂਕਤ ਹੁਤੀ ਸੀਂਚ ਬਰਬਾਰੀ। ਸੰਗਤਾਂ ਆਪਸ 'ਚ ਗੱਲਾਂ ਕਰਨ ਦਈਆਂ ਵੀ ਜੇ ਇਹ ਦੋਵੇਂ ਸਿੱਖ ਨਾ ਉੱਠਦੇ, ਸਾਡੇ ਤੇ ਆਨੰਦ ਦੀ ਵਾੜੀ ਸੁੱਕ ਚੱਲੀ ਸੀਗੀ। ਇਹਨਾਂ ਦੀ ਗੱਲ ਨਾਲ ਬਾੜੀ ਫਿਰ ਹਰੀ ਹੋ ਗਈ ਹੈ। ਸੋ ਇਸ ਤਰੀਕੇ ਨਾਲ ਬੜੀਆਂ ਹੀ ਖੁਸ਼ੀਆਂ ਮਨਾਈਆਂ ਗਈਆਂ, ਬੜੀਆਂ ਹੀ ਖੁਸ਼ੀਆਂ ਸਾਧ ਸੰਗਤ ਜੀ ਮਨਾਈਆਂ ਗਈਆਂ ਹਨ। ਸਭ ਤੇ ਪਹੁੰਚੈ ਕਹਿਓ ਸੁਨਾਈ।
ਵਰਤੀ ਤੁਰੰਤ ਸਮੂਹ ਮਿਠਾਈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖਾਂ ਨੂੰ ਆਖਿਆ ਭਾਈ ਵਰਤਾ ਦਿਓ ਮਠਿਆਈ, ਕਹਿਣ ਲੱਗੇ। ਹਾਂਜੀ, ਸਭ ਹੀ ਧੰਨ ਧੰਨ ਗੁਰ ਕਹੈ। ਸਾਰੇ ਗੁਰੂ ਅਰਜਨ ਦੇਵ ਜੀ ਨੂੰ ਧੰਨ ਧੰਨ ਕਹਿਣ। ਕਿਉਂ? ਸੰਗਤ ਦੇ ਬਚਨ ਨਾਲ ਰਿਸ਼ਤਾ ਤੋੜ ਦਿੱਤਾ ਜੀ। ਉਸੇ ਵੇਲੇ ਸਿੱਖਾਂ ਦੀ ਬੇਨਤੀ ਨਾਲ 2 ਰਿਸ਼ਤੇ ਜੋੜ ਲਏ ਜੀ। ਗੁਰੂ ਸਾਹਿਬ ਲਈ ਤੇ ਸਾਰਾ ਕੁਝ ਗੁਰੂ ਦੀ ਸੰਗਤ ਹੀ ਹੈ। ਚੇਤਾ ਰੱਖਿਓ, ਤੁਸੀਂ ਜਿੰਨੇ ਬੈਠੇ ਜੇ, ਮਹਾਰਾਜ ਨੇ ਬੜਾ ਹੀ ਮਾਣ ਦਿੱਤਾ ਸਾਨੂੰ ਜੀ, ਬਹੁਤ ਮਾਣ ਦਿੱਤਾ ਜੀ। ਹਾਂਜੀ, ਤੁਮਰੇ ਸਮ ਤੁਮ ਹੀ ਪ੍ਰਭ ਅਹੈ। ਤੇ ਸਭ ਹੀ ਧੰਨ ਧੰਨ ਗੁਰ ਕਹੈ, ਤੁਮਰੇ ਸਮ ਤੁਮ ਹੀ ਪ੍ਰਭ ਅਹੈ। ਹੱਥ ਜੋੜ ਕੇ ਸੰਗਤ ਕਹਿਣ ਲੱਗੀ, ਗੁਰੂ ਸਾਹਿਬ ਧੰਨ ਹਨ, ਧੰਨ ਹਨ। ਗੁਰੂ ਸਾਹਿਬ ਵਰਗਾ ਗੁਰੂ ਸਾਹਿਬ ਹੀ ਹੈ, ਕੋਈ ਦੂਜਾ ਨਹੀਂ ਹੋ ਸਕਦਾ ਜੀ। ਹਾਂਜੀ, ਆਪਣੇ ਸਿੱਖਾਂ ਦੀ ਬੇਨਤੀ ਮੰਨਦੇ ਆ ਤੇ ਸਦਾ ਹੀ ਸੰਗਤ ਨੂੰ ਹੀ ਸੱਚੇ ਪਾਤਸ਼ਾਹ ਜੀ ਨੇ ਅੱਗੇ ਰੱਖਿਆ। ਸੰਗਤਾਂ ਮਹਾਰਾਜ ਦੇ ਨੂੰ ਬਹੁਤ ਧੰਨ ਧੰਨ ਕਹਿ ਰਹੀਆਂ ਜੀ। ਤੇ ਲਓ ਹੁਣ ਤੁਸੀਂ ਵੀ ਧੰਨ ਧੰਨ ਕਹੋ, ਨਾਲੇ ਤੁਹਾਨੂੰ ਦੋਵੇਂ ਸਗਾਈਆਂ ਦੀਆਂ, ਦੋਵੇਂ ਰਿਸ਼ਤਿਆਂ ਦੀਆਂ ਵਧਾਈਆਂ ਹੋਣ। ਸੰਗਤ ਨੇ ਉਸੇ ਵੇਲੇ ਇੱਕ ਦੂਜੇ ਨੂੰ ਵਧਾਈ ਦਿੱਤੀ ਜੀ। ਲਓ ਸਾਰੀ ਸੰਗਤ ਕਹੋ, ਮਹਾਰਾਜ ਨੂੰ ਧੰਨ ਧੰਨ ਕਹੋ, ਫਿਰ ਆਪਾਂ ਖਿਮਾ ਮੰਗੀਏ। ਵੱਡ ਭਾਗੀ ਗੁਰ ਦਰਸ਼ਨ ਭਾਵੈ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਕੋਈ ਰਸਨਾਬੰਦੀ ਨਾ ਰਹੇ, ਗੱਜ ਕੇ ਗੁਰੂ ਦੀ ਵਡਿਆਈ ਨਾ ਗੱਜ ਗੱਜ ਕੇ ਕਰਨੀ ਚਾਹੀਦੀ ਹੈ। ਜਿੰਨੀ ਕਰਾਂਗੇ ਓਨਾ ਹੀ ਸਾਡਾ ਭਲਾ ਹੋਏਗਾ ਜੀ। ਵੱਡ ਭਾਗੀ ਗੁਰ ਦਰਸ਼ਨ ਪਾਵੈ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਜਿਹਨੇ ਹੁਣ ਤੱਕ ਨਹੀਂ ਬੋਲਿਆ, ਮੌਕਾ ਨਾ ਖੰਝਾਇਓ ਤੇ ਗੱਜ ਕੇ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਸੱਚੇ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਦਇਆ ਕਰਨ। ਗੁਰੂ ਜੀ ਦੀ ਵੱਡੀ ਵਡਿਆਈ ਸਾਡੇ ਹਿਰਦੇ 'ਚ ਵਸੇ। ਸਾਨੂੰ ਸਮਝ ਲੱਗ ਜਾਵੇ ਸਤਿਗੁਰੂ ਜੀ ਤੋਂ ਉੱਤੇ ਹੈ ਹੀ ਕੁਝ ਨਹੀਂ ਇਸ ਦੁਨੀਆ ਉੱਤੇ। ਹਾਂਜੀ, ਇਹ ਗੱਲ ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਆ ਜੀ। ਕਹਿੰਦੇ ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ, ਤੇਰੀ
ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮਹਾਰਾਜ ਗੁਰੂ ਅਰਜਨ ਸਾਹਿਬ ਖੁਦ ਲਿਖਦੇ, ਕਹਿੰਦੇ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ। ਹਾਂਜੀ, ਸ਼ਰਧਾ ਛੋਟੀ ਰੱਖੋਗੇ ਥੋੜੀ ਰੱਖਾਂਗੇ, ਗੱਲ ਹੀ ਨਹੀਂ ਬਣਾਂਗੇ। ਇੱਥੇ ਵੱਡੇ ਭਾਵ ਨਾਲ ਵੱਡੀ ਸ਼ਰਧਾ ਰੱਖਾਂਗੇ, ਫੇਰ ਹੀ ਗੱਲ ਬਣਦੀ ਹੈ। ਸੱਚੇ ਪਾਤਸ਼ਾਹ ਮੇਰਾ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਅੱਗੋਂ ਇਤਿਹਾਸ ਜਿਹੜਾ ਹੈ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇਹ ਹੁਣ ਜਿਹੜੇ ਦੋ ਰਿਸ਼ਤੇ ਜੁੜੇ ਆ, ਫਿਰ ਮਹਾਰਾਜ ਦੇ ਵਿਆਹ ਵੀ ਹੋਣਗੇ ਜੀ, ਉਹ ਵੀ ਪ੍ਰਸੰਗ ਆਪਾਂ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ